ਜਿਹੜਾ ਆਰੰਭ ਹੀ ਜੀਵਨ ਦਾ ਹੋਇਆ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਹੋਇਆ। ਸਿੱਖੀ ਸੋਚ ਵਾਲੇ ਔਰ ਇਸ ਨੂੰ ਪਰਣਾਏ ਹੋਏ ਜਿਹੜੇ ਲੋਕ ਸੀ ਉਹਨਾਂ ਨੇ ਫਿਰ ਸਿੰਘਾਂ ਦੀ ਅਟਾਰੀ ਬਣਾਈ। ਅੰਦਰੋਂ ਉਹ ਸ਼ਾਇਰੀ ਤੇ ਸੰਗੀਤ ਨਾਲ ਬਹੁਤ ਗਹਿਰੇ ਤੌਰ ਤੇ ਜੁੜੇ ਹੋਏ ਸੀ ਔਰ MLA ਹੌਸਟਲ ਦੇ ਵਿੱਚ ਵੀ ਉਹਨਾਂ ਦੇ ਅਕਸਰ ਜਿਹੜੇ ਮਿਊਜ਼ਿਕ ਇੰਸਟਰੂਮੈਂਟ ਸੀ ਉਹ ਪਏ ਰਹਿੰਦੇ ਸੀ। ਇੱਕ ਸਰੋਤੇ ਵਜੋਂ ਜੇ ਦੇਖਿਆ ਜਾਵੇ ਵੀਰ ਦਵਿੰਦਰ ਸਿੰਘ ਕਿਹੋ ਜਿਹੇ ਸਰੋਤੇ ਸੀ? ਸਿੱਖੀ ਨੂੰ ਪਿਆਰ, ਗੁਰਮਤਿ ਨੂੰ ਪਿਆਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਿਆਰ, ਕੀਰਤਨ ਨੂੰ ਪਿਆਰ। ਜਦੋਂ ਫਿਰ ਮੇਰੇ ਨਾਲ ਉਹਨਾਂ ਦੀ ਸਾਂਝ ਬਣੀ ਤਾਂ ਉਹਨਾਂ ਦੇ ਇੱਕੋ ਹੀ ਸੀ ਕਿ ਅਸੀਂ ਕਲਾਸਿਕ ਗਾਈਏ, ਕਲਾਸੀਕਲ ਸੁਣੀਏ। ਪਟਿਆਲਾ ਸੁਣਾਉਣਾ, ਪਟਿਆਲਾ ਰਿਆਸਤ ਦਾ ਜਿਹੜਾ ਸਾਰਾ ਕਲਚਰ ਹੈ, ਸੱਭਿਆਚਾਰ ਹੈ, ਹੁਣ ਤਾਂ ਸਾਨੂੰ ਤਾਂ ਅੱਜ ਕੱਲ੍ਹ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਪਟਿਆਲਾ ਕੀ ਹੈ। ਸਭ ਤੋਂ ਉਹਨਾਂ ਨੂੰ ਜਿਹੜਾ ਵੱਧ ਪਿਆਰਾ ਸੀ ਉਹ ਸੀ ਕਲਾਸਿਕਸ ਆਫ ਪੰਜਾਬੀ ਪੋਇਟਰੀ, ਕਿ ਸ਼ੇਖ ਫਰੀਦ ਨੂੰ ਕਿਵੇਂ ਗਾਇਆ ਜਾ ਸਕਦਾ, ਸੈਫ ਅਲ ਮਲੂਕ, ਸ਼ਾਹ ਹੁਸੈਨ। ਅੱਜ ਦੇ ਸਾਡੇ ਸਿਆਸਤਦਾਨ ਅਸੀਂ ਦੇਖਦੇ ਹਾਂ ਕਿਤੇ ਨਾ ਕਿਤੇ ਉਹਨਾਂ ਦੀ ਜ਼ੁਬਾਨ ਜਿਹੜੀ ਹੈ ਫਿਸਲ ਜਾਂਦੀ ਹੈ। ਉਹਨਾਂ ਦੀ ਜ਼ੁਬਾਨ 'ਤੇ ਬੜੀ ਪਕੜ ਸੀ। ਸ਼ਬਦਾਂ ਦਾ ਤਾਂ ਇਹ ਸੀ ਕਿ ਸ਼ਬਦਾਂ ਦੇ ਤਾਂ ਜਾਦੂਗਰ ਸੀ ਔਰ ਸ਼ਬਦ ਜਦੋਂ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਜਿਹੜੇ ਝਰਨੇ ਦੇ ਵਾਂਗੂ ਉਹ ਆਉਂਦੇ ਸੀ। ਸਤਿ ਸ਼੍ਰੀ ਅਕਾਲ ਜੀ, ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਮੈਂ ਜਗਜੀਤ ਸਿੰਘ ਪੰਜੋਲੀ। ਬੀਤੇ ਦਿਨੀ ਪੰਜਾਬ ਦੇ ਦਰਵੇਸ਼ ਸਿਆਸਤਦਾਨ ਵੀਰ ਦਵਿੰਦਰ ਸਿੰਘ ਹੋਰੀ ਸਾਨੂੰ ਸਾਰਿਆਂ ਨੂੰ ਅਲਵਿਦਾ ਆਖਦੇ ਨੇ, ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਹੈ। ਸੋ ਜਦੋਂ ਕੋਈ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਉਹਦੇ ਗੁਣਾਂ ਦੀ ਗੱਲ ਜਿਹੜੀ ਹੈ ਉਹ ਕਰਨੀ ਬਣਦੀ ਵੀ ਹੈ, ਕਿਉਂਕਿ ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਜਿਹੜੀ ਸਾਂਝ ਹੈ ਉਹ ਗੁਣਾਂ ਦੀ ਹੀ ਹੋਣੀ ਚਾਹੀਦੀ ਹੈ। ਸੋ ਵੀਰ ਦਵਿੰਦਰ ਸਿੰਘ ਹੋਰੀ ਜਿੱਥੇ ਸਿਆਸਤ ਨੂੰ ਬੜੇ ਨੇੜੇ ਤੋਂ ਦੂਰ ਤੋਂ ਵੱਖੋ ਵੱਖਰੇ ਤਰੀਕਿਆਂ ਨਾਲ ਵੇਖਦੇ ਸੀ, ਵੱਖ-ਵੱਖ ਮੁੱਦਿਆਂ ਦੇ ਉੱਤੇ ਬੇਬਾਕੀ ਦੇ ਨਾਲ ਆਪਣਾ ਪੱਖ ਰੱਖਦੇ ਸੀ, ਉੱਥੇ ਹੀ ਉਹ ਪੰਜਾਬ ਦੇ ਸੱਭਿਆਚਾਰ, ਸਾਹਿਤ ਅਤੇ ਸੰਗੀਤ ਦੀ ਗੱਲ ਵੀ ਬੜੇ ਹੀ ਚਾਅ ਨਾਲ, ਬੜੇ ਹੀ ਦਿਲ ਤੋਂ, ਰੂਹ ਤੋਂ ਗੱਲ ਕਰਦੇ ਸੀ। ਅਤੇ ਪੰਜਾਬੀ ਜਿਹੜਾ ਸੰਗੀਤ ਹੈ ਉਹਦੀ ਗੱਲ ਤਾਂ ਕਰਦੇ ਹੀ ਸੀ, ਨਾਲ ਗੁਰਮਤਿ ਸੰਗੀਤ ਦੀ ਗੱਲ ਵੀ ਉਹ ਜਿਹੜੀ ਹੈ ਕਰਦੇ ਸੀ, ਕਿਉਂਕਿ ਕਲਾਸੀਕਲ ਮਿਊਜ਼ਿਕ ਉਹਨਾਂ ਨੂੰ ਬੜਾ ਪਸੰਦ ਸੀ। ਸੋ ਅੱਜ ਆਪਾਂ ਉਹਨਾਂ ਦੇ ਸੰਗੀਤ ਵਾਲੇ ਪੱਖ ਦੀ ਹੀ ਗੱਲ ਕਰਾਂਗੇ ਕਿ ਕਿਹੋ ਜਿਹਾ ਸੰਗੀਤ ਪਸੰਦ ਸੀ, ਸੰਗੀਤ ਪ੍ਰੇਮੀ ਕਿਹੋ ਜਿਹੇ ਸੀਗੇ। ਸੋ ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡੀਨ ਅਕਾਦਮਿਕ ਰਹਿ ਚੁੱਕੇ ਅਤੇ ਗੁਰਮਤਿ ਸੰਗੀਤ ਦੇ ਬਾਨੀ ਡਾਕਟਰ ਗੁਰਨਾਮ ਸਿੰਘ ਹੋਰੀ ਨੇ, ਜਿਨ੍ਹਾਂ ਦੀ ਬੜੀ ਡੂੰਘੀ ਸਾਂਝ ਉਹਨਾਂ ਦੇ ਨਾਲ ਰਹੀ ਹੈ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਵੀਰ ਦਵਿੰਦਰ ਸਿੰਘ ਦੀ ਸ਼ਖਸੀਅਤ ਕੀ ਸੀ। ਆਓ ਪਹਿਲਾਂ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਦਾ ਅਨਮਿਊਟ 'ਤੇ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਨਮਿਊਟ ਚੈਨਲ ਦਾ ਔਰ ਜਗਜੀਤ ਜੀ ਤੁਹਾਡਾ, ਜਿਹੜੇ ਮੈਨੂੰ ਅਵਸਰ ਦੇ ਰਹੇ ਹੋ ਸਰਦਾਰ ਵੀਰ ਦਵਿੰਦਰ ਸਿੰਘ ਹੋਰਾਂ ਬਾਰੇ ਗੱਲ ਕਰਨ ਦਾ। ਜੀ ਡਾਕਟਰ ਸਾਹਿਬ, ਪਹਿਲਾਂ ਤਾਂ ਆਪਾਂ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕਰੀਏ ਕਿ ਵੀਰ ਦਵਿੰਦਰ ਸਿੰਘ ਹੋਰਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ, ਕਿਉਂਕਿ ਤੁਹਾਡੇ ਨਾਲ ਬਹੁਤ ਡੂੰਘੀ ਦਿਲ ਤੋਂ ਸਾਂਝ ਰਹੀ ਹੈ, ਪਰਿਵਾਰਕ ਤੁਹਾਡਾ ਰਿਸ਼ਤਾ ਹੈਗਾ। ਸਰਦਾਰ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਉਹਨਾਂ ਦੀ ਬਹੁਤ ਪੱਖੀ ਸ਼ਖਸੀਅਤ ਸੀ ਔਰ ਕਿਸੇ ਇੱਕ ਨਜ਼ਰੀਏ ਤੋਂ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਹੁਤੇ ਲੋਕ ਤਾਂ ਉਹਨਾਂ ਨੂੰ ਬਤੌਰ ਸਿਆਸਤਦਾਨ ਹੀ ਜਾਣਦੇ ਨੇ, ਸਿਆਸੀ ਉਹਨਾਂ ਦਾ ਜੀਵਨ ਰਿਹਾ। ਪਰ ਜਿੱਥੋਂ ਤੱਕ ਮੇਰਾ ਉਹਨਾਂ ਨਾਲ ਸੰਬੰਧ ਸੀ, ਮੇਰਾ ਉਹਨਾਂ ਨਾਲ ਕੋਈ ਰਾਜਨੀਤਿਕ ਜਾਂ ਸਿਆਸੀ ਸੰਬੰਧ ਨਹੀਂ ਸੀ। ਉਹਨਾਂ ਨੇ ਕਈ ਰਾਜਨੀਤਿਕ ਪਾਰਟੀਆਂ ਵਿੱਚ ਗਏ, ਕਈ ਉਹਨਾਂ ਨੇ ਅਹੁਦੇ ਹੰਢਾਏ ਔਰ ਸਿਆਸਤ ਦੇ ਉੱਤੇ ਅਕਸਰ ਉਹ ਬੋਲਦੇ ਰਹਿੰਦੇ ਸੀ ਔਰ ਬੜੀਆਂ ਅੱਛੀਆਂ ਟਿੱਪਣੀਆਂ ਉਹਨਾਂ ਦੀਆਂ ਹੁੰਦੀਆਂ ਸੀ। ਪਰ ਸਾਡੇ ਨਾਲ, ਮੇਰੇ ਪਰਿਵਾਰ ਨਾਲ ਉਹਨਾਂ ਦਾ ਰਿਸ਼ਤਾ ਬੜਾ ਪਰਿਵਾਰਕ, ਨਿੱਜੀ ਸੀ। ਪਿਛਲੇ, ਹੁਣ ਮੈਂ ਜੇ ਝਾਤ ਮਾਰਾਂ ਤਾਂ ਪਿਛਲੀ ਅੱਧੀ ਸਦੀ ਸਾਨੂੰ ਤੋਂ ਵੱਧ ਦਾ ਸਾਡਾ ਰਿਸ਼ਤਾ ਹੈ। ਮੈਂ ਤਾਂ ਉਦੋਂ ਬਹੁਤ ਬਚਪਨ ਵਿੱਚ ਸੀ ਜਦੋਂ ਮੈਂ ਉਹਨਾਂ ਦਾ ਸਿਆਸੀ ਜੀਵਨ ਦਾ ਆਰੰਭ ਹੋ ਰਿਹਾ ਸੀ। ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਨੂੰ ਦੇਖਿਆ ਔਰ ਅਸੀਂ ਉਹਨਾਂ ਨੂੰ ਬਹੁਤ ਪਸੰਦ ਕਰਦੇ ਹੁੰਦੇ ਸੀ। ਉਹਨਾਂ ਦੇ ਜਿਹੜੇ ਪੁਰਾਣੇ ਭਾਸ਼ਣ ਨੇ ਜਦੋਂ ਉਹਨਾਂ ਨੇ ਉੱਥੇ ਕਰਿਆ ਕਰਨੇ, ਅਸੀਂ ਛੋਟੇ ਹੁੰਦੇ ਸੀ। ਤਾਂ ਉਦੋਂ ਤੋਂ ਲੈ ਕੇ, ਕਿਉਂਕਿ ਉਹ ਸਮਾਂ ਸੀ ਜਦੋਂ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਹੋਏ ਸੀ ਔਰ ਉਹਨਾਂ ਦੇ ਜੀਵਨ ਦਾ ਇੱਕ ਇਹ ਵੀ ਜਿਹੜਾ ਪਹਿਲੂ ਹੈ ਉਸ ਬਾਰੇ ਜ਼ਿਆਦਾ ਗੱਲ ਨਹੀਂ ਹੋਈ ਕਿ ਉਹ ਬੜੇ ਸਿੱਖੀ ਨਾਲ ਪ੍ਰਣਾਏ ਹੋਏ ਸੀ ਔਰ ਉਹਨਾਂ ਦਾ ਜਿਹੜਾ ਆਰੰਭ ਹੀ ਜੀਵਨ ਦਾ ਹੋਇਆ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਹੋਇਆ ਔਰ ਇਹਦੇ ਪਿੱਛੇ ਵੀ ਬਹੁਤ ਸਾਰੇ
ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦਾ ਹੱਥ ਹੈ। ਜਿਵੇਂ ਪੰਜਾਬੀ ਯੂਨੀਵਰਸਿਟੀ ਨਾਲ ਵੀ ਉਹਨਾਂ ਦਾ ਬੜਾ ਗਹਿਰਾ ਨਾਤਾ ਸੀ। ਇੱਥੇ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਜੀ ਸਾਡੇ ਸਤਿਕਾਰਯੋਗ, ਸਾਨੂੰ ਉਹ ਵੀ ਵਿਛੋੜਾ ਦੇ ਗਏ, ਅਲਵਿਦਾ ਕਹਿ ਗਏ। ਤੋ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸਰਦਾਰ ਬੀਰ ਦਵਿੰਦਰ ਸਿੰਘ ਹੋਰਾਂ ਨੇ ਔਰ ਉਹਨਾਂ ਦੇ ਦੋਸਤਾਂ ਦੀ ਸੰਗਤ ਦਾ ਇੱਕ ਬੜਾ ਵੱਡਾ ਇਹਨਾਂ ਦਾ ਜਿਹੜਾ ਸੀ ਮਿੱਤਰ ਮੰਡਲ ਸੀ। ਔਰ ਉਹਦੇ ਵਿੱਚ ਮਹਿਬੂਬ ਸਾਹਿਬ ਵੀ ਸੀ, ਉਹਦੇ ਵਿੱਚ ਸਰਦਾਰ ਬੀਰ ਦਵਿੰਦਰ ਸਿੰਘ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਸਰਦਾਰ ਜੋਗਿੰਦਰ ਸਿੰਘ ਹੀਰ ਮੇਰੇ ਕਜ਼ਨ ਸੀ, ਵੱਡੇ ਵੀਰ। ਤੋ ਇਹ ਸਾਰੇ ਲੋਕ, ਕਾਫੀ ਲੋਕ ਸੀ ਜਿਨ੍ਹਾਂ ਦਾ ਮੈਂ ਜੇ ਕੋਈ ਨਾਮ ਰਹਿ ਗਿਆ ਤਾਂ ਗੁਸਤਾਖੀ ਦੀ ਮਾਫੀ ਚਾਹਾਂਗਾ। ਤੋ ਇਹਨਾਂ ਨੇ ਜਿਹੜੇ ਇੱਥੇ ਪਟਿਆਲਾ ਦੇ ਵਿੱਚ ਸਾਡੇ ਮਾਰਕਸਿਸਟ ਸੋਚ ਵਾਲੇ ਜਿਹੜੇ ਵਿਦਵਾਨ ਸੀ, ਉਹਨਾਂ ਦੇ ਪੈਰਲਲ ਇੱਕ ਸਿੰਘਾਂ ਦੀ ਅਟਾਰੀ ਜਿਹੜੀ ਸੀ ਉਹ ਸਥਾਪਿਤ ਕੀਤੀ ਸੀ। ਇੱਕ ਤੁਸੀਂ ਸੁਣਿਆ ਹੋਣਾ ਕਿ ਇੱਥੇ ਇੱਕ ਭੂਤਵਾੜਾ ਸੀ, ਔਰ ਭੂਤਵਾੜੇ 'ਚ ਬਹੁਤ ਸਾਰੇ ਸਕਾਲਰ ਜਿਹੜੇ ਸੀ, ਹਾਂ, ਔਰ ਉਹ ਇੱਥੇ ਸੀ। ਤੋ ਉਹਦੇ ਪੈਰਲਲ ਸਮਾਨਾਂਤਰ ਸਿੱਖੀ ਸੋਚ ਵਾਲੇ ਔਰ ਇਸ ਨੂੰ ਪ੍ਰਣਾਏ ਹੋਏ ਜਿਹੜੇ ਲੋਕ ਸੀ, ਉਹਨਾਂ ਨੇ ਫਿਰ ਸਿੰਘਾਂ ਦੀ ਅਟਾਰੀ ਬਣਾਈ। ਔਰ ਉਹਦੇ ਵਿੱਚ ਉਹਦੇ ਇੱਕ ਜਿਹੜੇ ਸੀ ਖਾਸ ਜਿਹੜੇ ਹੀਰੇ ਸੀ ਉਹ ਸਰਦਾਰ ਬੀਰ ਦਵਿੰਦਰ ਸਿੰਘ ਸੀ। ਤਾਂ ਮੈਂ ਗੱਲ ਕਰ ਰਿਹਾ ਸੀ ਕਿ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਵਰੋਸਾਏ ਹੋਣ ਕਰਕੇ ਸਾਡੀ ਉਹਨਾਂ ਨਾਲ ਜਿਹੜੀ ਪਰਿਵਾਰਕ ਸਾਂਝ ਸੀ ਉਹ ਤਾਂ ਸੀ, ਪਰਿਵਾਰ ਨਾਲ ਤਾਂ ਅਸੀਂ ਹੁਣ ਤੱਕ ਬੱਝੇ ਹੋਏ ਹਾਂ, ਬੱਚਿਆਂ ਨਾਲ ਵੀ ਉਨਾ ਹੀ ਪਿਆਰ ਹੈ। ਔਰ ਭਰਾਵਾਂ ਨਾਲੋਂ ਜ਼ਿਆਦਾ ਮੇਰੇ ਵੱਡੇ ਵੀਰ ਜੀ ਦੇ ਉਹ ਦੋਸਤ ਸੀ ਡਾਕਟਰ ਜਗੀਰ ਸਿੰਘ ਸਾਹਿਬ ਦੇ। ਪਰ ਹੌਲੀ ਹੌਲੀ ਇਸ ਤਰ੍ਹਾਂ ਹੋਇਆ ਕਿ ਸੰਗੀਤ ਕਰਕੇ ਮੇਰੀ ਉਹਨਾਂ ਨਾਲ ਬਹੁਤ ਜ਼ਿਆਦਾ ਗਹਿਰੀ ਸਾਂਝ ਹੋ ਗਈ। ਔਰ ਉਸ ਤੋਂ ਬਾਅਦ ਜਦੋਂ ਫਿਰ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਦੇ ਨੇ ਜਾਂ ਪਹਿਲੀ ਵਾਰੀ MLA ਬਣਦੇ ਨੇ, ਤਾਂ ਉਸ ਵੇਲੇ ਵੀ ਅੰਦਰੋਂ ਉਹ ਸ਼ਾਇਰੀ ਅਤੇ ਸੰਗੀਤ ਨਾਲ ਬਹੁਤ ਗਹਿਰੇ ਤੌਰ 'ਤੇ ਜੁੜੇ ਹੋਏ ਸੀ। ਔਰ MLA ਹੌਸਟਲ ਦੇ ਵਿੱਚ ਵੀ ਉਹਨਾਂ ਦੇ ਅਕਸਰ ਜਿਹੜੇ ਮਿਊਜ਼ਿਕ ਇੰਸਟਰੂਮੈਂਟ ਸੀ ਉਹ ਪਏ ਰਹਿੰਦੇ ਸੀ। ਔਰ ਉੱਥੇ ਜਿਹੜੀਆਂ ਸੰਗੀਤ ਦੀਆਂ ਮਹਿਫਲਾਂ ਜਿਹੜੀਆਂ ਨੇ ਉਹ ਲੱਗਦੀਆਂ ਸੀ, ਗੋਸ਼ਟੀਆਂ ਹੁੰਦੀਆਂ ਸੀ। ਹਰ ਕਲਾਕਾਰ, ਵਿਦਵਾਨ, ਸੁਖਨਵਾਰ ਉਹਨਾਂ ਕੋਲ ਬੜੀ ਈਜ਼ੀਲੀ ਆ ਸਕਦਾ ਸੀ। ਔਰ ਉਹਨਾਂ ਨੂੰ ਲੱਗਦਾ ਸੀ ਜਿਵੇਂ ਹੁਣ ਸਾਡਾ ਕੋਈ ਨੁਮਾਇੰਦਾ ਉੱਥੇ ਹੈ। ਔਰ ਇਹਨਾਂ ਨੇ ਸਾਰਿਆਂ ਨੂੰ ਹੀ ਆਪਣੇ ਗੱਲ ਨਾਲ ਲਾਇਆ। ਮੈਨੂੰ ਯਾਦ ਹੈ ਕਿ ਜਦੋਂ ਸਰਦੂਲ ਸਿਕੰਦਰ ਔਰ ਅਮਰ ਨੂਰੀ ਹੋਰਾਂ ਦੀ ਇੰਗੇਜਮੈਂਟ ਹੋਣੀ ਸੀ ਤਾਂ ਉਹਦੇ ਵਿੱਚ ਵੀ ਇਹਨਾਂ ਦੀ ਬੜੀ ਵੱਡੀ ਭੂਮਿਕਾ ਰਹੀ। ਔਰ ਬਹੁਤ ਖੁਸ਼ ਸੀ ਕਿਉਂਕਿ ਸਰਦੂਲ ਸਿਕੰਦਰ ਜੀ ਸਾਡੇ ਆਪਣੇ ਇਲਾਕੇ ਦੇ ਸੀ ਔਰ ਉਹਨਾਂ ਦੇ ਪਿਤਾ ਜੀ ਸਾਗਰ ਮਸਤਾਨ ਜੀ, ਉਹਨਾਂ ਦੇ ਬ੍ਰਦਰ ਗਮਦੂਰ ਜੀ, ਭਰਪੂਰ ਜੀ। ਤਾਂ ਇਹ ਸਾਡਾ ਇੱਕ ਬੜਾ ਵੱਡਾ ਸੰਗੀਤ ਦਾ ਘਰਾਣਾ ਸੀ। ਸਾਡੇ ਨਾਲ ਜੁੜੇ ਹੋਏ ਨੇ ਉਸਤਾਦ ਜਸਵੰਤ ਸਿੰਘ ਜੀ ਭੰਵਰਾ ਔਰ ਉਹਨਾਂ ਦੇ ਪਿਤਾ ਜੀ ਔਰ ਪ੍ਰੋਫੈਸਰ ਤਾਰਾ ਸਿੰਘ ਜੀ। ਇਹ ਇੱਕ ਟਕਸਾਲ ਹੈ ਸਾਡੇ ਫਤਿਹਗੜ੍ਹ ਕੋਲ, ਹਰਗਨਾ ਟਕਸਾਲ ਹੁੰਦੀ ਸੀ, ਉੱਥੋਂ ਇਹ ਇਕੱਠੇ ਸਿੱਖੇ ਹੋਏ ਸੀ। ਤਾਂ ਵੀਰ ਜੀ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਇਹਨਾਂ ਸਾਂਝਾਂ ਦਾ ਪਤਾ ਸੀ। ਤਾਂ ਉਹਨਾਂ ਨੇ ਬਹੁਤ ਹੀ ਪਿਆਰ ਕੀਤਾ ਸਰਦੂਲ ਹੋਰਾਂ ਨੂੰ, ਅਮਰ ਨੂਰੀ ਹੋਰਾਂ ਨੂੰ, ਸਾਰੇ ਪਰਿਵਾਰ ਨੂੰ ਬਹੁਤ ਪਿਆਰ ਕੀਤਾ ਕਿਉਂਕਿ ਉਹ ਸਮਝਦੇ ਸੀ ਕਿ ਸਾਡਾ ਆਪਣਾ ਪਰਿਵਾਰ ਹੈ, ਸਾਡੇ ਆਪਣੇ ਕਲਾਕਾਰ ਨੇ। ਔਰ ਵੀਰ ਜੀ ਨੇ ਹਮੇਸ਼ਾ ਹੀ ਸ਼ਾਇਰੀ ਅਤੇ ਸੰਗੀਤ ਨੂੰ ਕਦੇ ਵੀ ਨਹੀਂ ਛੱਡਿਆ। ਆਪਣੀ ਉਮਰ ਉਹਨਾਂ ਨੇ ਇਸ ਨਾਲ ਆਪਣਾ ਰਿਸ਼ਤਾ ਨਿਭਾਇਆ। ਮੇਰਾ ਇਹੀ ਸਵਾਲ ਅਗਲਾ ਹੈਗਾ ਸੀ ਕਿ ਤੁਸੀਂ ਸੰਗੀਤ ਨਾਲ ਜੁੜੇ ਰਹੇ ਹੋ, ਤੁਹਾਡੇ ਨਾਲ ਸਾਂਝ ਵੀ ਉਹਨਾਂ ਦੀ ਸੰਗੀਤ ਦੇ ਮਾਧਿਅਮ ਰਾਹੀਂ ਜਾਂ ਕਹਿ ਦਈਏ ਵੀ ਸੰਗੀਤ ਕਰਕੇ ਗੂੜੀ ਹੁੰਦੀ ਗਈ ਹੈ। ਇੱਕ ਸਰੋਤੇ ਵਜੋਂ ਜੇ ਦੇਖਿਆ ਜਾਵੇ, ਬੀਰ ਦਵਿੰਦਰ ਸਿੰਘ ਕਿਹੋ ਜਿਹੇ ਸਰੋਤੇ ਸੀ? ਬਹੁਤ ਜ਼ਹੀਨ ਕਿਸਮ ਦੇ ਸਰੋਤੇ ਸੀ ਕਿਉਂਕਿ ਉਹਨਾਂ ਦੀ ਜੇ ਕਹੀਏ ਟ੍ਰੇਨਿੰਗ ਸੀ। ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਦੇ ਸਿਆਸਤਦਾਨਾਂ ਦੇ ਵਿੱਚ ਇੰਨੀ ਸੂਖਮਤਾ ਹੋਵੇ। ਦੇਖੋ, ਇੱਕ ਪਾਸੇ ਉਹਨਾਂ ਦਾ ਰਾਜਸੀ ਜੀਵਨ ਜੈਸਾ ਮਰਜ਼ੀ ਹੋਵੇ, ਪਾਰਟੀ ਜਿਹੜੀ ਮਰਜ਼ੀ ਹੋਵੇ, ਉਹ ਮੁਲਾਂਕਣ ਹੁੰਦੇ ਰਹਿਣਗੇ, ਇਤਿਹਾਸ ਕਰੇਗਾ। ਪਰ ਇੱਕ ਸ਼ਖਸੀਅਤ ਦੇ ਤੌਰ 'ਤੇ ਇੱਕ ਤਾਂ ਉਹਨਾਂ ਦੇ ਵਿੱਚ ਹਮੇਸ਼ਾ ਸਿੱਖੀ ਦਾ ਜਿਹੜਾ ਜਜ਼ਬਾ ਹੈ, ਮੈਂ ਉਸ ਦੀ ਬਹੁਤ ਕਦਰ ਕਰਦਾ ਕਿ ਸਿੱਖੀ ਨੂੰ ਪਿਆਰ, ਗੁਰਮਤਿ ਨੂੰ ਪਿਆਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਿਆਰ, ਕੀਰਤਨ ਨੂੰ ਪਿਆਰ। ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਸਾਨੂੰ ਯਾਦ, ਜਦੋਂ ਫਤਿਹਗੜ੍ਹ ਸਾਹਿਬ ਬਾਰੇ ਉਹ ਗੱਲ ਕਰਦੇ ਸੀ ਜਾਂ ਫਤਿਹਗੜ੍ਹ ਸਾਹਿਬ ਭੋਰਾ ਸਾਹਿਬ ਦੀ ਗੱਲ ਕਰਦੇ ਸੀ, ਸਾਹਿਬਜ਼ਾਦਿਆਂ ਦੀ ਗੱਲ ਕਰਦੇ ਸੀ, ਨੀਹਾਂ ਨਾਲ ਗੱਲ ਕਰਦੇ ਸੀ, ਤਾਂ ਉਹ ਗੱਲ ਉਹ ਬਹੁਤ ਮਨੋਂ ਗੱਲ ਕਰਦੇ ਸੀ। ਔਰ ਉਹਨਾਂ ਨੇ ਬਚਪਨ ਉੱਥੇ ਹੰਢਾਇਆ ਸੀ। ਉੱਥੇ ਦਾ ਜਿਹੜਾ ਜ਼ਰਰਾ ਹੈ ਉਸ ਦੇ ਨਾਲ ਉਹਨਾਂ ਦੀ ਸਾਂਝ ਸੀ। ਔਰ ਉਹ ਉਸ ਵੇਲੇ ਵੀ ਉਹ ਸੰਗੀਤ ਸਿੱਖਦੇ ਸੀ। ਔਰ ਮੇਰੇ ਵੱਡੇ ਵੀਰ ਜੀ ਨਾਲ, ਡਾਕਟਰ ਜਗੀਰ ਸਿੰਘ ਹੋਰਾਂ ਨਾਲ ਵੀ ਸੰਗੀਤ ਦੀ ਉਹਨਾਂ ਦੀ ਸਾਂਝ ਸੀ। ਬਹੁਤ ਅੱਛਾ ਗਾਇਨ ਕਰਦੇ ਸੀ। ਤਾਂ ਉਸ ਵੇਲੇ ਤੋਂ ਲੈ ਕੇ ਜਦੋਂ ਫਿਰ ਮੇਰੇ ਨਾਲ ਉਹਨਾਂ ਦੀ ਸਾਂਝ ਬਣੀ ਤਾਂ ਉਹਨਾਂ ਦੇ ਇੱਕੋ ਹੀ ਸੀ ਕਿ ਅਸੀਂ ਕਲਾਸਿਕ ਗਾਈਏ, ਕਲਾਸੀਕਲ ਸੁਣੀਏ। ਕਿਉਂਕਿ ਉਹਨਾਂ ਨੇ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਹੋਰਾਂ ਨੇ ਕਦੇ ਬੜੇ ਗੁਲਾਮ ਅਲੀ ਖਾਨ ਸਾਹਿਬ ਨੂੰ ਉਹਨਾਂ ਨੂੰ ਸੁਣਾਉਣਾ, ਕਦੇ ਮਹਿੰਦੀ ਹਸਨ ਖਾਨ ਸਾਹਿਬ ਨੂੰ ਸੁਣਾਉਣਾ, ਕਦੇ ਬੇਗਮ ਅਖਤਰ ਨੂੰ ਸੁਣਾਉਣਾ, ਔਰ ਫਿਰ ਪਟਿਆਲਾ ਸੁਣਾਉਣਾ। ਪਟਿਆਲਾ ਰਿਆਸਤ ਦਾ ਜਿਹੜਾ ਸਾਰਾ ਕਲਚਰ ਹੈ, ਸੱਭਿਆਚਾਰ ਹੈ,
ਹੁਣ ਤਾਂ ਸਾਨੂੰ ਤਾਂ ਅੱਜ ਕੱਲ੍ਹ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਪਟਿਆਲਾ ਕੀ ਹੈ, ਔਰ ਸਾਰੇ ਇਹਨੂੰ ਵਿਸਾਰਦੇ ਜਾ ਰਹੇ ਨੇ। ਤਾਂ ਉਹ ਸਾਰਾ ਕੁਝ ਉਹਨਾਂ ਨੇ ਆਤਮਸਾਤ ਕੀਤਾ ਹੋਇਆ ਸੀ। ਔਰ ਫਿਰ ਹੁਣ ਤਾਂ ਕਈ ਵਿਦਵਾਨ ਗੱਲ ਕਰ ਰਹੇ ਨੇ ਕਿ ਉਹ ਫੈਜ਼ ਖਲੀਲ ਜਿਬਰਾਨ ਉਹਨਾਂ ਨੂੰ ਬੜਾ ਜ਼ੁਬਾਨੀ ਯਾਦ ਸੀ, ਔਰ ਰਸੂਲ ਹਮਜ਼ਾ ਤੋਂ ਯਾਦ ਸੀ, ਔਰ ਇੱਕ ਜਿਹੜਾ ਰਸ਼ੀਅਨ ਲਿਟਰੇਚਰ ਉਹਨਾਂ ਨੇ ਬਹੁਤ ਪੜ੍ਹਿਆ ਹੋਇਆ ਸੀ। ਔਰ ਇਹ ਨਹੀਂ ਸੀ ਕਿ ਉਹਨਾਂ ਨੂੰ ਪੜ੍ਹਨ ਦਾ ਜਿਹੜਾ ਸ਼ੌਕ ਸੀ ਉਹ ਇਸੇ ਕਰਕੇ ਹੀ ਸੀ ਕਿ ਉਹ ਚਾਹੁੰਦੇ ਸੀ ਕਿ ਜੋ ਪੰਜਾਬ ਹੈ ਜਾਂ ਸਿੱਖੀ ਹੈ, ਮੈਂ ਇਸ ਦੀ ਗੱਲ ਜਿਹੜੀ ਹੈ ਸਾਰੀ ਦੁਨੀਆ ਵਿੱਚ ਕਰ ਸਕਾਂ ਉਸੇ ਅਥੈਂਟਿਸਿਟੀ ਦੇ ਨਾਲ। ਔਰ ਇਸੇ ਕਰਕੇ ਹੀ ਉਹ ਜਿਹੜਾ ਪੰਜਾਬ ਦਾ ਕਲਚਰ ਹੈ ਉਹਨੂੰ ਵੀ ਪਿਆਰ ਕਰਦੇ ਸੀ। ਔਰ ਪੰਜਾਬ ਦੇ ਕਲਚਰ ਵਿੱਚ ਚਾਹੇ ਕਲਾਸੀਕਲ ਮਿਊਜ਼ਿਕ ਹੋਵੇ, ਚਾਹੇ ਸੂਫੀ ਮਿਊਜ਼ਿਕ ਹੋਵੇ, ਸ਼ਾਸਤਰੀ ਸੰਗੀਤ ਹੋਵੇ, ਲੋਕ ਸੰਗੀਤ ਹੋਵੇ, ਇਹ ਤਾਂ ਉਹਨਾਂ ਨੂੰ ਪਿਆਰੇ ਹੀ ਸੀ। ਪਰ ਇਹਨਾਂ ਵਿੱਚ ਸਭ ਤੋਂ ਉਹਨਾਂ ਨੂੰ ਜਿਹੜਾ ਵੱਧ ਪਿਆਰਾ ਸੀ ਉਹ ਸੀ ਕਲਾਸਿਕਸ ਆਫ ਪੰਜਾਬੀ ਪੋਇਟਰੀ, ਕਿ ਸ਼ੇਖ ਫਰੀਦ ਨੂੰ ਕਿਵੇਂ ਗਾਇਆ ਜਾ ਸਕਦਾ, ਸੈਫ ਉਲ ਮਲੂਕ, ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ, ਔਰ ਉਹਨਾਂ ਦੇ ਖਾਸ ਜਿਹੜੇ ਗਾਇਨ ਸਟਾਈਲ ਨੇ ਵੀ ਪਾਕਿਸਤਾਨ ਵਿੱਚ ਜਦੋਂ ਇੰਨਾ ਵਿਕਸਿਤ ਸੰਗੀਤ ਹੈ, ਉੱਥੇ ਦੇ ਇੰਨੇ ਅੱਛੇ ਗਾਇਕ ਗਾਉਂਦੇ ਨੇ, ਤਾਂ ਸਾਡੇ ਇਸ ਧਰਤੀ ਦੇ ਉੱਤੇ ਵੀ ਅਸੀਂ ਉਹ ਜਿਹੜਾ ਸੰਗੀਤ ਦਾ ਦਰਿਆ ਹੈ ਉਸੇ ਤਰ੍ਹਾਂ ਹੀ ਸਾਡਾ ਵਹਿੰਦਾ ਰਹੇ, ਸਾਡੇ ਸੰਗੀਤਕਾਰ ਜਿਉਂਦੇ ਰਹਿਣ, ਸਾਡੇ ਗਾਇਕ ਜਿਉਂਦੇ ਰਹਿਣ। ਔਰ ਇਹੀ ਉਹਨਾਂ ਦੇ ਹਰ ਸੰਗੀਤਕਾਰ ਨਾਲ ਉਹਨਾਂ ਦੀ ਇਹੀ ਸਾਂਝ ਸੀ, ਔਰ ਹਰ ਸੰਗੀਤਕਾਰ ਔਰ ਗੀਤਕਾਰ ਉਹਨਾਂ ਦੇ ਕੋਲ ਆ ਸਕਦਾ ਸੀ। ਔਰ ਉਹਨਾਂ ਨੂੰ ਇੱਕ ਉਹਨਾਂ ਦੀ ਸਿਫਤ ਸੀ ਕਿ ਉਹ ਉਹਨਾਂ ਨੂੰ ਦੂਸਰੇ ਦੀ ਜਿਹੜਾ ਸਿਫਤੀ ਸੁਰ ਲਾਣਾ ਹੈ ਉਹ ਉਹਨਾਂ ਨੂੰ ਆਉਂਦਾ ਸੀ। ਉਹ ਇਹ ਜਿਹੜਾ ਵਡਿਆਈ ਦਾ ਗੁਣ ਹੈ ਕਿ ਦੂਸਰੇ ਨੂੰ ਵਡਿਆਉਣਾ, ਇਹ ਸਾਡੇ ਵਿੱਚ ਸਿਫਤ ਕਰਨੀ ਕਿਸੇ ਦੀ ਬਹੁਤ ਘੱਟ ਰਹੀ ਹੈ, ਤੁਹਾਨੂੰ ਪਤਾ ਹੀ ਹੈ। ਤਾਂ ਉਹਨਾਂ ਦੇ ਵਿੱਚ ਇਹ ਸਿਫਤ ਸੀ ਕਿ ਉਹ ਮੇਰੇ ਵਰਗੇ ਜਿਹੜੇ ਨਿਮਾਣੇ ਜਿਹੇ ਵਿਅਕਤੀ ਨੇ ਉਹਨਾਂ ਨੂੰ ਵੀ ਉਹ ਵੱਡੇ ਬਣਾ ਕੇ ਉਹਨਾਂ ਦੇ ਗੁਣ ਦਾ ਵਿਸ਼ਲੇਸ਼ਣ ਤੇ ਮੁਲਾਂਕਣ ਕਰਕੇ ਉਹਨੂੰ ਵਡਿਆ ਸਕਦੇ ਸੀ ਔਰ ਸਾਰੀ ਦੁਨੀਆ ਸਾਹਮਣੇ ਰੱਖ ਸਕਦੇ ਸੀ। ਔਰ ਉਮਰ ਭਰ ਉਹਨਾਂ ਨੇ ਆਪਣੇ ਆਪ ਵੀ ਉਹਨਾਂ ਦੀ ਸ਼ਖਸੀਅਤ ਤੁਸੀਂ ਦੇਖੋ ਕਿੰਨੇ ਉਹ ਸਜ ਕੇ ਰਹਿੰਦੇ ਸੀ, ਕਿੰਨੇ ਖੂਬਸੂਰਤ ਸੀ, ਔਰ ਜਿੱਥੇ ਬੈਠ ਜਾਂਦੇ ਸੀ ਚੌਗਿਰਦਾ ਜਿਹੜਾ ਹੈ ਸਾਰਾ ਹੀ ਸੁਗੰਧਿਤ ਹੋ ਜਾਂਦਾ ਸੀ। ਤੇ ਜਦੋਂ ਬੋਲਦੇ ਸੀ, ਹੁਣ ਇਹ ਕਈ ਵਾਰੀ ਅੱਛੀ ਸ਼ਖਸੀਅਤ ਵਾਲਾ ਵਿਅਕਤੀ ਜਦੋਂ ਬੋਲਣ ਤੇ ਆਉਣ ਲੱਗਾ ਸੀ ਵੀ ਜਿਹੜੇ ਅੱਜ ਦੇ ਸਾਡੇ ਸਿਆਸਤਦਾਨ ਆ, ਅਸੀਂ ਦੇਖਦੇ ਹਾਂ ਕਿਤੇ ਨਾ ਕਿਤੇ ਉਹਨਾਂ ਦੀ ਜ਼ੁਬਾਨ ਜਿਹੜੀ ਫਿਸਲ ਜਾਂਦੀ ਹੈ। ਉਹਨਾਂ ਦੀ ਜ਼ੁਬਾਨ 'ਤੇ ਬੜੀ ਪਕੜ ਸੀ, ਉਹਨਾਂ ਦੇ ਸ਼ਬਦ ਦਾ ਉਚਾਰਨ ਜਿਹੜਾ ਬੜਾ ਸੋਚ ਕੇ ਜਦੋਂ ਬੋਲਦੇ ਸੀ ਤਾਂ ਸ਼ਬਦ ਜਿਹੜੇ ਨੇ ਉਹ ਅਗਲਾ ਸੋਚਦਾ ਰਹਿੰਦਾ ਵੀ ਇਹ ਸ਼ਬਦ ਕਿੱਥੋਂ ਲੈ ਕੇ ਆਏ। ਸ਼ਬਦਾਂ ਦਾ ਤਾਂ ਇਹ ਸੀ ਕਿ ਸ਼ਬਦਾਂ ਦੇ ਤਾਂ ਜਾਦੂਗਰ ਸੀ, ਔਰ ਸ਼ਬਦ ਜਦੋਂ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਜਿਹੜੇ ਝਰਨੇ ਦੇ ਵਾਂਗੂ ਉਹ ਆਉਂਦੇ ਸੀ, ਪਰ ਇਹਦੇ ਪਿੱਛੇ ਉਹਨਾਂ ਦੀ ਸਾਧਨਾ ਸੀ। ਕਿਉਂਕਿ ਉਹਨਾਂ ਨੇ ਕੋਈ ਵੀ ਪਲ ਉਹਨਾਂ ਦਾ ਕਿਤਾਬਾਂ ਬਿਨਾਂ, ਪੁਸਤਕਾਂ ਬਿਨਾਂ ਔਰ ਅੱਛੀ ਸ਼ਾਇਰੀ, ਅੱਛੀ ਗਾਇਕੀ ਸੁਣਨ ਤੋਂ ਬਿਨਾਂ ਉਹਨਾਂ ਦਾ ਨਹੀਂ ਗੁਜ਼ਰਿਆ। ਤੁਸੀਂ ਮੈਨੂੰ ਸਵਾਲ ਕੀਤਾ ਸੀ ਉਹਨਾਂ ਦੇ ਸਰੋਤੇ ਹੋਣ ਬਾਰੇ, ਉਹ ਬਹੁਤ ਜ਼ਹੀਨ ਕਿਸਮ ਦੇ ਸਰੋਤੇ ਸੀ। ਔਰ ਇਹ ਸਰੋਤੇ ਨਹੀਂ ਕਿ ਉਹ ਕੋਈ ਮੇਰੇ ਵਰਗੇ ਨਾਚੀਜ਼ ਨੂੰ ਸੁਣਦੇ ਸੀ, ਉਹ ਉਹਨਾਂ ਦੇ ਬੜੇ ਵੱਡੇ ਵੱਡੇ ਜਿਹੜੇ ਗਾਇਕ ਨੇ, ਉਹਨਾਂ ਦੇ ਕਲਾਸੀਕਲ ਗਾਇਕ ਨੇ, ਉਹਨਾਂ ਨੂੰ ਸੁਣਨਾ। ਔਰ ਫਿਰ ਉਹਨਾਂ ਨੇ ਜਿਹੜੇ ਸਾਡੇ ਗਜ਼ਲ ਗਾਇਕ ਨੇ ਉਹਨਾਂ ਨੂੰ ਸੁਣਨਾ। ਫਿਰ ਉਹਨਾਂ ਨੇ ਜਿਹੜੇ ਸਾਡੇ ਪਾਕਿਸਤਾਨ ਦੇ ਲੋਕ ਗਾਇਕ ਨੇ, ਆਲਮ ਲੋਹਾਰ ਦੇ ਗਾਇਕੀ ਦੇ ਬੜੇ ਫੈਨ ਸੀ। ਔਰ ਨਾ ਕੇਵਲ ਉਹ ਸੁਣਦੇ ਸੀ, ਸਗੋਂ ਸੁਣ ਕੇ ਉਹ ਫਿਰ ਉਹ ਆਪ ਵੀ ਗਾਉਂਦੇ ਸੀ। ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਉਹ ਫਲੂਟ ਬਹੁਤ ਅੱਛੀ ਵਜਾਉਂਦੇ ਸੀ, ਅੱਛਾ, ਗਜ਼ਲ ਬਹੁਤ ਅੱਛੀ ਗਾਉਂਦੇ ਸੀ। ਔਰ ਉਹਨਾਂ ਦਾ ਸੁਪਨਾ ਸੀ ਕਿ ਮੈਂ ਹਾਰਮੋਨੀਅਮ ਦੇ ਉੱਪਰ ਮੈਂ ਇਹ ਗਾਵਾਂ, ਪਰ ਹਾਰਮੋਨੀਅਮ ਤੋਂ ਬਿਨਾਂ ਉਹ ਬਹੁਤ ਰਨਮ ਦੇ ਵਿੱਚ ਔਰ ਬਹੁਤ ਅੱਛੀਆਂ ਜਿਹੜੀਆਂ ਗਜ਼ਲਾਂ ਸੀ ਔਰ ਸੂਫੀ ਕਲਾਮ ਸੀ, ਸੈਫ ਉਲ ਮਲੂਕ ਸੀ, ਹੀਰ ਸੀ, ਜੋਗਿੰਦਰ ਸਿੰਘ ਹੀਰ ਮੇਰੇ ਜਿਹੜੇ ਕਜ਼ਨ ਸੀ ਉਹਨਾਂ ਨਾਲ ਉਹਨਾਂ ਦੀ ਇਹੀ ਸਾਂਝ ਸੀ ਕਿ ਉਹ ਉਹਨਾਂ ਦੀ ਹੀਰ ਦੇ ਫੈਨ ਸੀ। ਔਰ ਪੰਜਾਬ ਦੇ ਜਿੰਨੇ ਵੀ ਗਾਇਕ ਸੀ ਉਹ ਸਾਰੇ ਹੀ ਉਹਨਾਂ ਦੇ ਦੋਸਤ ਰਹੇ ਨੇ, ਉਹਨਾਂ ਦੇ ਆਪਣੇ ਰਹੇ ਨੇ, ਉਹਨਾਂ ਦੇ ਪਿਆਰੇ ਰਹੇ ਨੇ, ਔਰ ਉਹ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਰਹੇ ਨੇ। ਉਹਨਾਂ ਦੇ ਲਈ ਆਰਟਿਸਟ ਕੋਈ ਵੱਡਾ ਛੋਟਾ ਨਹੀਂ ਸੀ, ਉਹ ਉਸ ਹਰ ਆਰਟਿਸਟ ਦੇ ਪਿੰਡ ਵਿੱਚ ਜਾ ਕੇ ਉਹਦੇ ਕੋਲ ਜਾ ਕੇ ਬੈਠ ਜਾਣਾ, ਸੁਣ ਲੈਣਾ ਔਰ ਉਹਨੂੰ ਮਾਨਣਾ, ਉਹਨੂੰ ਐਪਰੀਸ਼ੀਏਟ ਕਰਨਾ ਔਰ ਉਹਨੂੰ ਤਲਾਸ਼ ਕੇ ਫਿਰ ਇੱਕ ਵੱਡਾ ਮੰਚ ਦੇਣਾ, ਇਹ ਵੀ ਉਹਨਾਂ ਦਾ ਇੱਕ ਬੜਾ ਵੱਡਾ ਗੁਣ ਸੀ। ਔਰ ਜਿਸ ਵੀ ਉਹਦੇ 'ਤੇ ਰਹੇ, ਉਹ ਚਾਹੇ ਦਿੱਲੀ ਘਰਾਣੇ ਦਾ ਕੋਈ ਗਾਇਕ ਹੋਵੇ, ਉਹ ਵੀ ਉਹਨਾਂ ਕੋਲ ਆ ਕੇ, ਚਾਂਦ ਖਾਨ ਸਾਹਿਬ ਉਹਨਾਂ ਦੇ ਕੋਲ ਕਈ ਦਿਨ ਆ ਕੇ ਰਹਿੰਦੇ ਸੀ। ਔਰ ਮੈਨੂੰ ਯਾਦ ਹੈ ਕਿ ਉਹ ਜਦੋਂ ਉਹਨਾਂ ਦੇ ਬੇਟਾ ਹੋਇਆ ਤਾਂ ਬਹੁਤ ਸੰਗੀਤ ਮਹਿਫਲਾਂ ਜਿਹੜੀਆਂ ਨੇ ਸਜੀਆਂ, ਔਰ ਕਲਾਸੀਕਲ ਮਿਊਜ਼ਿਕ ਔਰ ਬਾਕੀ ਸ਼ਾਸਤਰੀ ਸੰਗੀਤਕਾਰ ਵੀ ਉਹਨਾਂ ਦੇ ਕੋਲ ਆਉਂਦੇ ਸੀ। ਔਰ ਪੰਜਾਬ ਦੇ ਸੰਗੀਤ ਨੂੰ ਉਹਨਾਂ ਨੇ ਬਹੁਤ ਪ੍ਰਮੋਟ ਕੀਤਾ। ਜਿਹੜਾ ਕਲਾਸਿਕ ਆਫ ਪੰਜਾਬੀ ਪੋਇਟਰੀ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਇੱਕ ਬਹੁਤ ਵਧੀਆ ਪ੍ਰੋਗਰਾਮ ਅਸੀਂ ਉਹਨਾਂ ਦੀ ਐਡਵਾਈਸ ਦੇ ਉੱਤੇ ਅਸੀਂ ਬਣਾਇਆ। ਸ਼ੇਖ ਫਰੀਦ ਤੋਂ ਲੈ ਕੇ ਸੁਰਜੀਤ ਪਾਤਰ ਹੋਰਾਂ ਤੱਕ ਦੀ ਪੋਇਟਰੀ ਦਾ ਗਾਇਨ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿੱਡਾ ਵੱਡਾ ਸਪੈਨ ਹੈ ਪੰਜਾਬੀ ਪੋਇਟਰੀ ਦਾ। ਉਸ ਨੂੰ ਅਸੀਂ ਵੱਖ-ਵੱਖ ਆਰਟਿਸਟਾਂ ਨੇ, ਕੋਈ 15-20 ਆਰਟਿਸਟ ਜਿਹੜੇ ਸੀ ਉਸ ਵਿੱਚ ਗਾਇਨ ਕਰਦੇ ਸੀ। ਔਰ ਦਿੱਲੀ, ਅੰਮ੍ਰਿਤਸਰ
ਔਰ ਪਟਿਆਲਾ ਔਰ ਹੋਰ ਕਈ ਥਾਵਾਂ ਦੇ ਉੱਤੇ ਉਹ ਪ੍ਰੋਗਰਾਮ ਹੋਏ ਔਰ ਉਹਦੇ ਵਿੱਚ ਫਿਰ ਬਾਕਾਇਦਾ ਉਹਨਾਂ ਜਿਹੜੇ ਇਹ ਸੁਖਨਵਾਰ ਨੇ ਉਹਨਾਂ ਬਾਰੇ ਕਮੈਂਟਰੀ ਹੁੰਦੀ ਸੀ ਔਰ ਬਹੁਤ ਹੀ ਅੱਛਾ ਪ੍ਰੋਗਰਾਮ ਸੀ। ਔਰ ਅੱਜ ਕੱਲ੍ਹ ਦੇ ਆਡੀਓ ਵਿਜ਼ੂਅਲ ਦੇ ਲਿਹਾਜ਼ ਦੇ ਨਾਲ ਉਹ ਲਾਈਵ ਪ੍ਰੋਗਰਾਮ ਆਪਣੇ ਆਪ ਵਿੱਚ ਬੜਾ ਪੁਖਤਾ ਕਿਸਮ ਦਾ ਸੀ ਔਰ ਉਹ ਸੋਚ ਇਹਨਾਂ ਦੀ ਇਹ ਸੋਚ ਸੀ ਕਿ ਇਹ ਇਸ ਤਰ੍ਹਾਂ ਅਸੀਂ ਆਪਣੇ ਕਲਾਸਿਕਸ ਆਫ ਪੰਜਾਬੀ ਪੋਇਟਰੀ ਦੀ ਪਛਾਣ ਜਿਹੜੀ ਹੈ ਬਣਾ ਸਕਦੇ ਹਾਂ। ਗੁਰਮਤਿ ਸੰਗੀਤ ਦਾ ਬੂਟਾ ਜਦੋਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਲਾਇਆ ਤਾਂ ਮੇਰਾ ਖਿਆਲ ਉਹਦੇ ਵਿੱਚ ਪਾਣੀ ਪਾਉਣ ਜਾਂ ਉਹਨੂੰ ਵੱਧਦਾ ਫੁੱਲਦਾ ਦੇਖਣ ਉਹ ਗਾਹੇ ਬਗਾਹੇ ਯੂਨੀਵਰਸਿਟੀ ਨਾਲ ਆਉਂਦੇ ਰਹਿੰਦੇ ਸੀ, ਵੱਖ-ਵੱਖ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਰਹਿੰਦੇ ਸੀ। ਬਹੁਤ ਖੁਸ਼ ਸੀਗੇ ਗੁਰਮਤਿ ਸੰਗੀਤ ਵਾਲੇ ਸਾਡੇ ਇਸ ਪ੍ਰੋਜੈਕਟ ਤੋਂ ਵੀਰ ਜੀ ਔਰ ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ ਗੁਰੂ ਦਾ ਸੰਗੀਤ ਜਿਹੜਾ ਹੈ ਪਟਿਆਲੇ ਵਿੱਚ ਫਲੀਭੂਤ ਹੋਣਾ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਛੋਹ ਪ੍ਰਾਪਤ ਜਿਹੜੀ ਧਰਤੀ ਹੈ ਤਾਂ ਇੱਥੇ ਫਿਰ ਉਹ ਸਾਡੇ ਰਾਹੀਂ ਹੋਣਾ ਔਰ ਮੇਰੇ ਵਰਗੇ ਨਿਮਾਣੇ ਜਿਹੇ ਵਿਅਕਤੀ ਦਾ ਉਸ ਵਿੱਚ ਕੋਈ ਯੋਗਦਾਨ ਹੋਣਾ, ਇਸ ਤੋਂ ਬੜੇ ਖੁਸ਼ ਸੀ ਕਿ ਸਾਡੇ ਪਰਿਵਾਰ ਦਾ ਸਾਡੇ ਸਾਰਿਆਂ ਦਾ ਉਸ ਦੇ ਵਿੱਚ ਯੋਗਦਾਨ ਹੈ ਔਰ ਸਾਡੀ ਟੀਮ ਦਾ ਯੋਗਦਾਨ ਹੈ। ਤੋ ਇਹਦੇ ਨਾਲ ਉਹ ਇਹੀ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿੱਚ ਸੀ ਕਿ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਸੰਗੀਤ ਪਰੰਪਰਾਵਾਂ ਨੇ ਵਿਕਸਿਤ ਹੋਣ। ਲੋਕ ਸੰਗੀਤ ਦੇ ਉੱਤੇ ਉਹਨਾਂ ਦਾ ਬੜੀ ਉਹਨਾਂ ਦੀ ਖਾਸ ਸੀ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਆਪਣਾ ਲੋਕ ਵਿਰਸਾ ਜਿਹੜਾ ਹੈ ਵਿਭਾਗ ਬਣਾ ਕੇ ਉਹਨਾਂ ਨੇ ਬਹੁਤ ਸਾਰਾ ਲੋਕ ਸੰਗੀਤ ਉੱਤੇ ਸੰਭਾਲਿਆ, ਰਿਕਾਰਡ ਕੀਤਾ। ਇਹੋ ਜਿਹੀ ਵਿਵਸਥਾ ਅਸੀਂ ਇੱਧਰ ਨਹੀਂ ਕਰ ਸਕੇ ਔਰ ਸਾਡਾ ਸਾਰਾ ਲੋਕ ਸੰਗੀਤ ਰੁਲ ਗਿਆ। ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਦੋਂ ਅਸੀਂ ਪੰਜਾਬੀ ਲੋਕ ਸੰਗੀਤ ਮੇਲੇ ਲਾਣੇ ਸ਼ੁਰੂ ਕੀਤੇ, ਇੱਥੇ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ, ਆਰਕਾਈਵਸ ਬਣਾਉਣਾ ਸ਼ੁਰੂ ਕੀਤਾ ਤਾਂ ਬਹੁਤ ਪ੍ਰਸੰਨ ਸੀ ਔਰ ਸਾਨੂੰ ਗਾਹੇ ਬਗਾਏ ਆਰਟਿਸਟਾਂ ਬਾਰੇ ਦੱਸਦੇ ਸੀ ਕਿ ਇਹ ਆਰਟਿਸਟ ਨੂੰ ਵੀ ਰਿਕਾਰਡ ਕਰੋ ਔਰ ਇਹ ਆਰਟਿਸਟ ਦੀ ਇਹ ਜਿਹੜੀ ਵੰਨਗੀ ਹੈ ਉਸ ਨੂੰ ਰਿਕਾਰਡ ਕਰੋ। ਔਰ 400 ਦੇ ਕਰੀਬ ਅਸੀਂ ਆਰਟਿਸਟ ਜਦੋਂ ਇੱਥੇ ਬੁਲਾਏ ਤਾਂ ਉਹਦੇ ਵਿੱਚ ਵਿਚਰਦਿਆਂ ਉਹਨਾਂ ਦਾ ਜਿਹੜਾ ਚਿਹਰੇ ਦਾ ਨੂਰ ਸੀ ਔਰ ਉਹਨਾਂ ਨੂੰ ਮਿਲਣਾ ਔਰ ਉਹਨਾਂ ਨਾਲ ਗੱਲ ਕਰਨਾ, ਉਹਨਾਂ ਨੂੰ ਵਡਿਆਉਣਾ, ਉਹਨਾਂ ਦੀ ਸਿਫਤ ਕਰਨੀ, ਉਹਨਾਂ ਨੂੰ ਗੁਲਵੱਕੜੀਆਂ ਪਾਉਣਾ, ਉਹ ਵੇਖਣ ਵਾਲਾ ਹੈ। ਔਰ ਉਹਦੇ ਤੋਂ ਉਹਨਾਂ ਦਾ ਭਾਸ਼ਣ ਵੀ ਸਾਡੀ ਆਰਕਾਈਵਸ ਦੇ ਵਿੱਚ ਪਿਆ ਹੈ ਪੰਜਾਬੀ ਯੂਨੀਵਰਸਿਟੀ 'ਚ, ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਸੀ ਉਹਨਾਂ ਆਰਟਿਸਟਾਂ ਦੇ ਬਾਰੇ ਦੇ ਵਿੱਚ। ਔਰ ਇਹਦੇ ਨਾਲ ਹੀ ਉਹਨਾਂ ਦੇ ਮਨ ਵਿੱਚ ਸੀ, ਸਾਡੇ ਇੱਕ ਦੋਸਤ ਹੁੰਦੇ ਸੀ ਟੈਕਸੇਸ਼ਨ ਦੇ ਵਿੱਚ, ਹਰੀ ਜੀ। ਅੱਛਾ ਜੀ। ਤਾਂ ਜਦੋਂ ਵੀ ਅਸੀਂ ਕਦੇ ਮਿਲਣਾ ਗਿਲਣਾ ਬੈਠਣਾ ਤੇ ਉਹ ਹਰੀ ਜੀ ਨੇ ਕਿਹਾ ਕਰਨਾ ਕਿ ਅਸੀਂ ਪੰਜਾਬ ਵਾਲੇ ਬੜੇ ਨਲਾਇਕ ਹਾਂ ਔਰ ਅਸੀਂ ਆਪਣੇ ਆਰਟਿਸਟਾਂ ਦੀ ਸੰਭਾਲ ਨਹੀਂ ਕਰਦੇ। ਕਹਿੰਦੇ ਕਿਉਂ ਨਾ ਕੋਈ ਐਸਾ ਯਾਰ ਬਾਗ ਹੀ ਆਪਾਂ ਬਣਾਈਏ ਜਿੱਥੇ ਆਰਟਿਸਟਾਂ ਦੀ ਯਾਦ ਦੇ ਵਿੱਚ ਆਪਾਂ ਰੁੱਖ ਲਾਈਏ, ਜਿੱਥੇ ਕੋਈ ਯਮਲਾ ਜੱਟ ਦੀ ਯਾਦ 'ਚ ਹੋਵੇ, ਕੋਈ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਦੀ, ਕੋਈ ਬੜੇ ਗੁਲਾਮ ਅਲੀ ਖਾਨ ਸਾਹਿਬ ਦੀ, ਐਡੇ ਸਾਡੇ ਕੋਲ ਦਿੱਗਜ ਨੇ, ਤਾਂ ਇਹ ਕਿਉਂ ਨਹੀਂ ਸੰਭਵ ਹੋ ਸਕਦਾ। ਤਾਂ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਫਿਰ ਉਹ ਸੁਪਨੇ, ਕਿਉਂਕਿ ਜੋ ਵੱਡਿਆਂ ਨੇ ਸੁਪਨੇ ਲਏ ਹੋਣ, ਤੁਹਾਡੇ ਮਨ ਵਿੱਚ ਬੀਜ ਬੀਜੇ ਹੋਣ ਤਾਂ ਤੁਹਾਨੂੰ ਯਾਦ ਰਹਿੰਦੇ ਨੇ। ਤਾਂ ਜੋ ਪੰਜਾਬੀ ਯੂਨੀਵਰਸਿਟੀ 'ਚ ਅਸੀਂ ਗੁਰਮਤਿ ਸੰਗੀਤ ਭਵਨ ਵਿੱਚ ਬੇਬੇ ਨਾਨਕੀ ਜਦੋਂ ਅਸੀਂ ਸੰਗੀਤ ਪਾਰਕ ਬਣਾਇਆ ਤਾਂ ਉਸ ਵਿੱਚ ਉਹ ਸੋਚ ਨੂੰ ਰੱਖ ਕੇ ਜਿੱਥੇ ਅਸੀਂ ਕੀਰਤਨਕਾਰਾਂ ਦੇ ਯਾਦਾਂ ਵਿੱਚ ਸਿਮਰਤੀ ਰੁੱਖ ਲਗਾਏ, ਉੱਥੇ ਅਸੀਂ ਫਿਰ ਨਾਲ ਜਿਹੜੇ ਸਾਡੇ ਇਹ ਲੋਕ ਗਾਇਕ ਨੇ ਅਤੇ ਸ਼ਾਸਤਰੀ ਗਾਇਕ ਨੇ ਉਹਨਾਂ ਦੀ ਯਾਦ ਦੇ ਵਿੱਚ ਵੀ ਅਸੀਂ ਉੱਥੇ ਸਿਮਰਤੀ ਰੁੱਖ ਲਗਾ ਕੇ ਉਹਨਾਂ ਦੀ ਯਾਦ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਦੀਵੀ ਬਣਾਉਣ ਦੇ ਲਈ ਇੱਕ ਜਿਹੜਾ ਯਤਨ ਹੈ ਉਹ ਕੀਤਾ। ਇਹ ਸਾਰੀ ਸੋਚ ਜਿਹੜੀ ਹੈ ਕਲੈਕਟਿਵ ਸੋਚ ਹੀ ਹੁੰਦੀ ਹੈ ਔਰ ਵੱਡੇ ਸਾਨੂੰ ਜਿਸ ਤਰ੍ਹਾਂ ਅਸੀਂ ਆਪਣੇ ਪੁਰਖਿਆਂ ਤੋਂ, ਆਪਣੇ ਵੱਡਿਆਂ ਤੋਂ ਅਸੀਂ ਸਿੱਖਦੇ ਹਾਂ, ਉਸ ਤਰ੍ਹਾਂ ਦਾ ਹੀ ਰਿਜ਼ਲਟ ਜਿਹੜਾ ਅਸੀਂ ਦਿੰਦੇ ਹਾਂ। ਔਰ ਜੋ ਵੀ ਤੁਸੀਂ ਇਸ ਵੇਲੇ ਪਸਾਰਾ ਦੇਖ ਰਹੇ ਹੋ ਪੰਜਾਬੀ ਯੂਨੀਵਰਸਿਟੀ ਵਿੱਚ ਗੁਰਮਤਿ ਸੰਗੀਤ ਦਾ, ਜਾਂ ਜੋ ਕਲੈਕਸ਼ਨਸ ਦੇਖ ਰਹੇ ਹੋ ਔਰ ਜੋ ਇੱਕ ਦਿਸ਼ਾ 'ਚ ਅਸੀਂ ਕਮਿਟਮੈਂਟ ਨਾਲ ਕੰਮ ਕੀਤਾ, ਫੋਕਸ ਹੋ ਕੇ ਕੰਮ ਕੀਤਾ, ਉਹਦੇ ਪਿੱਛੇ ਜਿਹੜੀ ਇਨਸਪੀਰੇਸ਼ਨ ਹੈ ਉਹ ਸਰਦਾਰ ਬੀਰ ਦਵਿੰਦਰ ਸਿੰਘ ਜੀ ਇੱਕ ਵੱਡੇ ਭਰਾ ਵਾਂਗੂ, ਇੱਕ ਸਲਾਹਕਾਰ ਵਾਂਗੂ, ਔਰ ਜਿਨ੍ਹਾਂ ਨੇ ਬੇਬਾਕ ਔਰ ਆਪਣੀ ਮੁਲਾਂਕਣ ਕਰਨਾ ਹੈ ਔਰ ਗੱਲ ਕਹਿ ਦੇਣੀ ਹੈ ਔਰ ਫਿਰ ਤੁਹਾਨੂੰ ਇੱਕ ਸਰੋਤ, ਕਿਉਂਕਿ ਬੜੀ ਲੰਬੀ ਸਾਡੀ ਸਾਂਝ ਸੀ ਔਰ ਅਸੀਂ ਵੀ ਹਰ ਗੱਲ ਦੀ ਅਥੈਂਟਿਸਿਟੀ ਉਹਨਾਂ ਤੋਂ ਭਾਲਦੇ ਸੀ ਕਿ ਜੋ ਵੀ ਕੋਈ ਕੰਮ ਕਰਨਾ ਅਤੇ ਉਹਨਾਂ ਨੂੰ ਸੁਣਾਉਣਾ ਹੈ, ਉਹਨਾਂ ਨੇ ਜੋ ਰਾਏ ਦੇਣੀ ਹੈ, ਫਿਰ ਅਸੀਂ ਉਸ ਰਿਕਾਰਡਿੰਗ ਨੂੰ ਉਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਸੋ ਬੜੀ ਲੰਬੀ ਸਾਂਝ ਉਹਨਾਂ ਨਾਲ ਸਾਡੀ। ਇੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਹਨਾਂ ਦੇ ਦਿਲ ਦੇ ਬੜੇ ਨੇੜੇ ਸੀ। ਉਹਨਾਂ ਨੇ ਇੱਕ ਆਰਟੀਕਲ ਵੀ ਲਿਖਿਆ ਸੀ, ਇਹ ਸਰਹੰਦ ਨਹੀਂ ਹੈ ਸਿੱਖਾਂ ਦੀ ਕਰਬਲਾ, ਅਤੇ ਉਹਦੇ 'ਚ ਅੱਲਾ ਯਾਰ ਖਾਂ ਜੋਗੀ ਦਾ ਵਾਰ-ਵਾਰ ਜ਼ਿਕਰ ਕੀਤਾ, ਉਹਨਾਂ ਦੇ ਹਵਾਲੇ ਦੇ ਨਾਲ ਉਹ ਆਰਟੀਕਲ ਲਿਖਿਆ। ਅਤੇ 3 ਦਸੰਬਰ ਨੂੰ 2022 ਦੇ ਵਿੱਚ 21 ਦੇ ਵਿੱਚ ਤੁਹਾਡਾ ਜਦੋਂ ਪ੍ਰੋਜੈਕਟ ਰਿਲੀਜ਼ ਹੁੰਦਾ ਹੈ ਤਾਂ ਉਦੋਂ ਉੱਥੇ ਇੱਕ ਸਰੋਤੇ ਦੇ ਤੌਰ 'ਤੇ ਆਉਂਦੇ ਆ, ਤਾਂ ਉਹ ਉਹਨਾਂ ਨੇ ਆਪਣੀ ਉੱਥੇ ਦੀ ਭਾਵਨਾ ਤੁਹਾਡੇ ਨਾਲ, ਉੱਥੇ ਦੇ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਪ੍ਰੋਜੈਕਟ ਰਿਲੀਜ਼ ਹੋਣ ਤੋਂ ਬਾਅਦ, ਕਿਹੋ ਜਿਹੀ ਗੱਲਬਾਤ ਸੀ ਉਹ? ਇਹ ਬੜੀ ਲੰਬੀ ਦਾਸਤਾਨ ਹੈ ਕਿਉਂਕਿ ਅੱਲਾ ਯਾਰ ਖਾਂ ਜੋਗੀ ਉਹਨਾਂ ਦੇ ਬੜੇ ਦਿਲ ਦੇ ਨੇੜੇ ਸੀ। ਸਰਹੰਦ ਫਤਿਹਗੜ੍ਹ ਸਾਹਿਬ ਦਾ ਸਾਕਾ ਤੇ ਕਦੇ ਵੀ ਉਹਨਾਂ ਨੇ ਵਿਸਾਰਿਆ ਨਹੀਂ
ਉਹਨਾਂ ਦਿਨਾਂ ਨੂੰ ਕਦੇ ਨਹੀਂ ਵਿਸਾਰਿਆ ਔਰ ਪਲ ਪਲ ਉਹ ਸਾਹੀਂ ਜਿਉਂਦੇ ਸੀ ਉਸ ਪਾਵਨ ਧਰਤੀ ਦੇ ਲਈ। ਪਰ ਅੱਲਾ ਯਾਰ ਖਾਨ ਜੋਗੀ ਹੋਰਾਂ ਬਾਰੇ ਉਹਨਾਂ ਦਾ ਮਨ ਵਿੱਚ ਸੀ ਕਿ ਇਹਨਾਂ ਦੀ ਕੋਈ ਯਾਦ ਬਣਨੀ ਚਾਹੀਦੀ, ਇਹਨਾਂ ਦੀ ਯਾਦ ਸਦੀਵੀ ਹੋਣੀ ਚਾਹੀਦੀ ਔਰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਉਹਦੇ ਲਈ ਫਿਰ ਇੱਕ ਅਸੀਂ ਪੰਜਾਬੀ ਯੂਨੀਵਰਸਿਟੀ ਸੈਮੀਨਾਰ ਪਹਿਲਾਂ ਕੀਤਾ ਉਸ ਤੋਂ, ਔਰ ਉਹਦੇ ਵਿੱਚ ਵੀਰ ਜੀ ਨੇ ਬਹੁਤ ਅੱਛਾ ਬੋਲਿਆ। ਹੋਰ ਵੀ ਵਿਦਵਾਨ ਆਏ, ਉਹਨਾਂ ਨੇ ਵੀ ਅੱਲਾ ਯਾਰ ਖਾਨ ਜੋਗੀ ਬਾਰੇ ਆਪਣੇ ਵਿਚਾਰ ਰੱਖੇ ਔਰ ਉਸੇ ਵੇਲੇ ਹੀ ਮੇਰਾ ਮਨ ਬਣਿਆ ਕਿ ਕਿਉਂ ਨਾ ਇਹ ਸਾਰੀ ਜਿਹੜੀ ਇਹ ਪੋਇਟਿਕ ਟੈਕਸਟ ਹੈ ਅੱਲਾ ਯਾਰ ਖਾਨ ਜੋਗੀ ਦਾ ਵੀ ਇਹਨੂੰ ਗਾਇਨ ਕੀਤਾ ਜਾਵੇ। ਤੋ ਮੈਨੂੰ ਯਾਦ ਹੈ ਕਿ ਉਹ ਕਹਿੰਦੇ ਕਿ ਇਸ ਨੂੰ ਜੇ ਤੁਸੀਂ ਗਾਇਨ ਕਰਨਾ ਤੇ ਜਲਦੀ ਗਾਇਨ ਕਰੋ ਤਾਂ ਕਿ ਆਪਾਂ ਇਹਨੂੰ ਸਾਰੀ ਦੁਨੀਆ ਸਾਰੇ ਉਸ ਤੱਕ ਆਪਾਂ ਪਹੁੰਚਾਈਏ। ਤੋ ਫਿਰ ਜਿਵੇਂ ਤੁਸੀਂ ਦੱਸਿਆ ਕਿ 2022 ਦੇ ਵਿੱਚ ਅਸੀਂ 3 ਦਸੰਬਰ ਸ਼ਾਇਦ ਡੇਟ ਹੈ, ਤੇ ਉਸ ਦਿਨ ਅਸੀਂ ਉਸ ਨੂੰ ਰਿਲੀਜ਼ ਹੀ ਨਹੀਂ ਕੀਤਾ ਔਰ ਉਹਨੂੰ ਐਜੂਕੇਸ਼ਨਲ ਜਿਹੜੀ ਸਾਡੀ ਸੁਸਾਇਟੀ ਹੈ ਸਰਦਾਰ ਹਰਭਜਨ ਸਿੰਘ ਹੋਰਾਂ ਨੇ USA ਤੇ ਉਹਨਾਂ ਨੇ ਬਣਾਈ ਹੈ, ਤਾਂ ਉਹਨਾਂ ਨੇ ਉਸ ਨੂੰ ਪ੍ਰਿੰਟ ਕਰਾਇਆ ਅੰਗਰੇਜ਼ੀ, ਪੰਜਾਬੀ, ਹਿੰਦੀ ਔਰ ਪਰਸ਼ੀਅਨ ਦੇ ਉਰਦੂ ਦੇ ਵਿੱਚ। ਤੋ ਉਹ ਔਰ ਨਾਲ ਸਕੈਚ ਜਿਹੜੇ ਨੇ ਉਹ ਬਣਵਾ ਕੇ ਇੱਕ ਪੁਸਤਕ ਰੂਪ ਦਿੱਤਾ ਔਰ ਉਹ ਕਿਉਂਕਿ ਉਹਨਾਂ ਦੇ ਦਿਲ ਦੇ ਪ੍ਰੋਜੈਕਟ ਨੇੜੇ ਸੀ ਔਰ ਉਹਦੇ ਵਿੱਚ ਉਹ ਹਾਜ਼ਰ ਹੋਏ। ਹੋਰ ਵੀ ਸਰਦਾਰ ਜਸਪਾਲ ਸਿੰਘ ਜੀ, ਡਾਕਟਰ SB ਸਿੰਘ ਸਾਹਿਬ, ਗੁਰਭਜਨ ਗਿੱਲ ਜੀ ਔਰ ਸਾਡੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਔਰ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਸੀ, ਬਹੁਤ ਸਾਰੇ ਪ੍ਰੋਫੈਸਰ ਸਾਹਿਬਾਨ, ਸੰਗੀਤਕਾਰ ਔਰ ਇੱਥੋਂ ਫਤਿਹਗੜ੍ਹ ਸਾਹਿਬ ਦੇ ਉਹਨਾਂ ਦੇ ਪੁਰਾਣੇ ਸਾਡੇ ਦੋਸਤ ਮਿੱਤਰ ਸਾਰੇ ਉੱਥੇ ਹਾਜ਼ਰ ਹੋਏ। ਸਰਦਾਰ ਕਰਨੈਲ ਸਿੰਘ ਪੰਜੌਲੀ ਹੋਰਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਔਰ ਉੱਥੇ ਅਨਾਉਂਸ ਹੋਇਆ ਕਿ ਅੱਲਾ ਯਾਰ ਖਾਨ ਜੋਗੀ ਜਿਵੇਂ ਅੱਜ ਸਜੀਵ ਹੋਏ ਨੇ ਪੋਇਟਰੀ ਰਾਹੀਂ, ਕਾਵਿ ਰਾਹੀਂ, ਸੰਗੀਤ ਰਾਹੀਂ ਸਾਡੀਆਂ ਯਾਦਾਂ ਵਿੱਚ, ਸਾਡੀਆਂ ਭਾਵਨਾਵਾਂ ਦੇ ਵਿੱਚ ਹਰ ਇੱਕ ਨੇ ਉਹਨਾਂ ਬਾਰੇ ਬੋਲਿਆ। ਇਸੇ ਤਰ੍ਹਾਂ ਹੀ ਅਸੀਂ ਉਹਨਾਂ ਦੀ ਇੱਕ ਫਿਜ਼ੀਕਲ ਜਿਹੜੀ ਯਾਦ ਹੈ ਉਹ ਵੀ ਪਰਮਾਨੈਂਟ ਉੱਥੇ ਸਥਾਪਿਤ ਕਰਾਂਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਵੀ ਇੱਕ ਪਾਇਆ ਸੀ ਕਿ ਅਸੀਂ ਉੱਥੇ ਅੱਲਾ ਯਾਰ ਖਾਨ ਜੋਗੀ ਦੀ ਇੱਕ ਜਿਹੜੀ ਯਾਦ ਬਣਾਵਾਂਗੇ। ਜਿਵੇਂ ਜੇ ਮੋਤੀ ਮਹਿਰਾ ਉਹਨਾਂ ਦੀ ਯਾਦ ਤਾਂ ਬਣੀ ਹੋਈ ਹੈ ਉੱਥੇ, ਪਰ ਇਹਨਾਂ ਨੇ ਜਿਹੜਾ ਉਸ ਹਿਸਟਰੀ ਨੂੰ ਨਰੇਟ ਕੀਤਾ ਔਰ ਸਦੀਆਂ ਤੱਕ ਉਹ ਰਹਿਣੀ ਹੈ। ਔਰ ਉਦੋਂ ਅਥੈਂਟਿਕ ਹੋਰ ਜ਼ਿਆਦਾ ਸਾਨੂੰ ਬਹੁਤ ਸਾਰੇ ਕੋਈ ਇੰਨੇ ਗ੍ਰੰਥ ਅਜੇ ਕਾਵਿ ਰੂਪ ਵਿੱਚ ਨਹੀਂ ਮਿਲਦੇ, ਸ਼ਾਇਰੀ ਦੇ ਰੂਪ ਦੇ ਵਿੱਚ ਜੋ ਅੱਲਾ ਯਾਰ ਖਾਨ ਜੋਗੀ ਹੋਰਾਂ ਨੇ ਕੰਮ ਕੀਤਾ। ਤਾਂ ਉਹ ਯਾਦ ਵੀ ਬਣਨੀ ਚਾਹੀਦੀ ਸੀ, ਸਾਡੇ ਵੀ ਸਾਰਿਆਂ ਦੇ ਮਨ ਦੀ ਉਸ ਵੇਲੇ ਇਹ ਖਾਸ਼ ਵੀ ਸੀ। ਔਰ ਮੈਂ ਅੱਜ ਹੋਰ ਤਾਂ ਕੁਝ ਨਹੀਂ ਅਸੀਂ ਕਰ ਸਕਦੇ, ਵੀਰ ਜੀ ਚਲੇ ਗਏ ਔਰ ਆਪੋ ਆਪਣੀ ਵਾਰੀ ਨਾਲ ਸਭ ਨੇ ਇਸ ਤਰ੍ਹਾਂ ਜਾਣਾ, ਪਰ ਜੋ ਮਨ ਦੇ ਵਿੱਚ ਚਿਤਵਿਆ ਹੁੰਦਾ, ਸੁਪਨੇ ਲਏ ਹੁੰਦੇ ਨੇ, ਉਹ ਅਗਰ ਸਾਕਾਰ ਹੋ ਜਾਣ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਅੱਲਾ ਯਾਰ ਖਾਨ ਜੋਗੀ ਦੀ ਜਿਹੜੀ ਯਾਦ ਹੈ, ਜਿਹੜੀ ਬੜੀ ਐਫਰਟਸ ਦੇ ਨਾਲ ਸਾਡੇ ਸਾਰਿਆਂ ਦਿਲ ਦੀ ਹੂਕ ਸੀ, ਉਹ ਅਗਰ ਕਰ ਦੇਣ ਤੇ ਬੜੀ ਵੱਡੀ ਗੱਲ ਹੋਏਗੀ। ਔਰ ਉੱਥੇ ਕਿੰਨਾ ਅੱਛਾ ਹੋਵੇ ਪੰਜੌਲੀ ਸਾਹਿਬ ਅਗਰ ਉੱਥੇ ਅੱਲਾ ਯਾਰ ਖਾਨ ਜੋਗੀ ਦੀ ਜਿਹੜੀ ਇਹ ਪੋਇਟਰੀ ਹੈ ਉਸ ਦਾ ਨਿਰੰਤਰ ਗਾਇਨ ਹੁੰਦਾ ਚੱਲਦਾ ਰਹੇ ਉਹਨਾਂ ਦੇ, ਔਰ ਪਿੱਛੇ ਜਿਹੜਾ ਸ਼ਿਲਾਲੇਖ ਦੇ ਉੱਤੇ ਉਹਨਾਂ ਦੀ ਪੋਇਟਰੀ ਲਿਖੀ ਹੋਵੇ ਔਰ ਇੱਕੋ ਵਾਰ ਦੇ ਵਿੱਚ ਹੀ ਵਿਅਕਤੀ ਇੱਕ ਪਾਸੇ ਤੋਂ ਜਾਵੇ ਔਰ ਦੂਸਰੇ ਪਾਸੇ ਤੋਂ ਬਾਹਰ ਆ ਕੇ ਸਾਰੀ ਪੋਇਟਰੀ ਪੜ੍ਹ ਲਵੇ ਔਰ ਨਾਲ ਉਸ ਦਾ ਗਾਇਨ ਸੁਣ ਲਵੇ, ਤਾਂ ਕਿ ਸਾਰਾ ਜਿਹੜਾ ਸ਼ਹੀਦੀ ਸਾਕਾ ਹੈ ਉਹਦੀਆਂ ਆਪਣੀਆਂ ਅੱਖਾਂ ਦੇ ਵਿੱਚੋਂ ਗੁਜ਼ਰ ਜਾਏ। ਤੋ ਇਹ ਇਹੋ ਜਿਹੇ ਕੰਮ ਕਰਨ ਵਾਲੇ ਨੇ ਔਰ ਬਜਾਏ ਇਸ ਦੇ ਕਿ ਅਸੀਂ ਹੋਰ ਪਾਸੇ ਜਿਹੜਾ ਆਪਣਾ ਸਮਾਂ ਵਿਅਰਥ ਗਵਾਈਏ, ਇਸ ਇਤਿਹਾਸ ਨੂੰ ਸਾਂਭਣਾ ਸਰਦਾਰ ਬੀਰ ਦਵਿੰਦਰ ਸਿੰਘ ਹੋਰਾਂ ਨੂੰ ਵੀ ਸੱਚੀ ਸ਼ਰਧਾਂਜਲੀ ਹੋਏਗੀ ਜੀ। ਇਸ ਵਾਰ ਜਦੋਂ ਸ਼ਹੀਦੀ ਜੋੜ ਮੇਲਾ ਸ਼ੁਰੂ ਹੋਣ ਲੱਗਿਆ ਸੀ ਤਾਂ ਜਦੋਂ ਮੈਨੂੰ ਕਿਹਾ ਗਿਆ ਵੀ ਸਟੋਰੀਆਂ ਤੁਸੀਂ ਉਸ ਫਤਿਹਗੜ੍ਹ ਸਾਹਿਬ ਏਰੀਏ ਦੇ ਵਿੱਚੋਂ ਕਰਨੀਆਂ ਨੇ, ਤਾਂ ਸਭ ਤੋਂ ਪਹਿਲਾਂ ਮੈਂ ਇੱਕ ਲੜਕੀ ਦੇ ਜਿਹੜੀ 10ਵੀਂ ਪਾਸ ਸੀਗੀ ਉਹਦਾ ਜਫਰਨਾਮਾ ਯਾਦ ਸੀ, ਤਾਂ ਉਹ ਜਫਰਨਾਮੇ ਦੀ ਸਟੋਰੀ ਕੀਤੀ। ਤਾਂ ਉਹ ਸਟੋਰੀ ਦੇਖਣ ਤੋਂ ਬਾਅਦ ਵੀਰ ਦਵਿੰਦਰ ਜੀ ਦਾ ਫੋਨ ਆਇਆ ਕਿ ਮੈਂ ਉਹ ਬੱਚੀ ਨੂੰ ਮਿਲਣਾ ਚਾਹੁੰਦਾ, ਤੇ ਉਹ ਬੱਚੀ ਦੇ ਘਰੇ ਜਾ ਕੇ ਸੁਣ ਕੇ ਆਏ ਤੇ ਉਹਨੂੰ ਹੱਲਾਸ਼ੇਰੀ ਦੇ ਕੇ ਆਏ ਕਿ ਮੈਂ ਡਾਕਟਰ ਗੁਰਨਾਮ ਸਿੰਘ ਹੋਰਾਂ ਨਾਲ ਗੱਲ ਕਰਕੇ ਤੇਰਾ ਜਿਹੜਾ ਇਹ ਪ੍ਰੋਜੈਕਟ ਹੈ ਇਹਨੂੰ ਕੰਪੋਜੀਸ਼ਨ ਵਧੀਆ ਤਰੀਕੇ ਨਾਲ ਤਿਆਰ ਕਰਾ ਕੇ ਦੁਬਾਰਾ ਇਹ ਗਵਾਵਾਂਗੇ, ਤੇ ਉਹਨੂੰ ਅਵਾਰਡ ਦੇਣ ਦੀ ਵੀ ਗੱਲ ਕੀਤੀ ਜੀ। ਮੈਂ ਉਦੋਂ US ਸੀ ਔਰ ਉੱਥੇ ਮੈਨੂੰ ਫੋਨ ਗਿਆ, ਤੁਹਾਡੀ ਸਟੋਰੀ ਮੈਂ ਦੇਖੀ, ਮੈਨੂੰ ਬੜੀ ਖੁਸ਼ੀ ਹੋਈ ਕਿ ਵੀਰ ਜੀ ਨੇ ਆਪਣੀ ਚਾਲ ਨਹੀਂ ਛੱਡੀ, ਉਨਾ ਹੀ ਪਿਆਰ ਹੈ ਉਹਨਾਂ ਨੂੰ ਮੌਸੀਕੀ ਨਾਲ ਔਰ ਦਸਮ ਪਾਤਸ਼ਾਹ ਨਾਲ ਉਹਨਾਂ ਨੂੰ ਬਹੁਤ ਪਿਆਰ ਸੀ। ਦਸਮ ਪਾਤਸ਼ਾਹ ਦੇ ਤਾਂ ਬਹੁਤ ਕਿਰਤੱਗੇ ਸੀ ਔਰ ਸਾਹਿਬਜ਼ਾਦਿਆਂ ਕਰਕੇ ਵੀ, ਔਰ ਵੈਸੇ ਵੀ ਦਸਮ ਬਾਣੀ ਔਰ ਦਸਮ ਪਾਤਸ਼ਾਹ ਪ੍ਰਤੀ ਉਹਨਾਂ ਦੀ ਬਹੁਤ ਵੱਡੀ ਅਕੀਦਤ ਸੀ। ਤਾਂ ਜ਼ਫਰਨਾਮਾ ਜਦੋਂ ਉਹਨਾਂ ਨੇ ਸੁਣਿਆ ਤਾਂ ਮੈਨੂੰ ਫੋਨ ਕੀਤਾ, ਤੁਹਾਡੇ ਜ਼ਰੀਏ ਉਸ ਬੱਚੀ ਨੂੰ ਸੁਣਿਆ, ਤਾਂ ਉਹ ਉਹਨਾਂ ਦਾ ਮਨ ਸੀ ਕਿ ਇਸ ਬੱਚੀ ਦਾ ਜਿਹੜਾ ਤਲੱਫਜ਼ ਬਹੁਤ ਅੱਛਾ ਹੈ
ਔਰ ਬੜੀ ਰੂਹ ਦੇ ਨਾਲ ਉਹ ਜਿਹੜੀ ਬੇਟੀ ਹੈ ਉਹ ਗਾ ਰਹੀ ਹੈ, ਤਾਂ ਕਿਉਂ ਨਾ ਅਸੀਂ ਉਸ ਨੂੰ ਰੀ ਰਿਕਾਰਡ ਕਰਵਾ ਕੇ ਉਸੇ ਬੱਚੀ ਦੀ ਆਵਾਜ਼ ਵਿੱਚ ਅੱਛੇ ਸੰਗੀਤ ਦੇ ਨਾਲ ਉਸ ਨੂੰ ਰਿਲੀਜ਼ ਕਰੀਏ। ਤੇ ਉਹ ਕਹਿ ਰਹੀ ਸੀ ਕਿ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ, ਉਹ ਇੱਕ ਸਰੋਜਨੀ ਨਾਇਡੂ ਬਾਰੇ ਬੜਾ ਉਹਨਾਂ ਦਾ ਕਥਨ ਸੀ, ਉਹ ਬੋਲਿਆ ਕਰਦੇ ਸੀ ਤੇ ਕਹਿੰਦੇ ਵੀ ਮੈਨੂੰ ਤੇ ਇਹ ਸਾਡੀ ਪੰਜਾਬ ਦੀ ਆਵਾਜ਼ ਲੱਗਦੀ ਹੈ ਤੇ ਇਹਨੂੰ ਆਪਾਂ ਬੁਲਬੁਲੇ ਜ਼ਫਰਨਾਮਾ ਦਾ ਖਿਤਾਬ ਜਿਹੜਾ ਹੈ ਉਹ ਦੇਵਾਂਗੇ। ਦੇਖੋ, ਇਹ ਬੱਚਿਆਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਵੱਡਿਆਂ ਕਰਨਾ, ਇਹ ਸਾਡਾ ਹੋਰ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੇ ਕੇਵਲ ਰਾਜਨੀਤੀ ਹੀ ਤਾਂ ਨਹੀਂ ਕਰਨੀ, ਉਹਨਾਂ ਨੇ ਸਾਨੂੰ ਸਮਾਜਿਕ, ਆਰਥਿਕ, ਸੱਭਿਆਚਾਰਕ ਤੌਰ 'ਤੇ ਸੰਭਾਲਣਾ ਵੀ ਹੈ। ਔਰ ਪੰਜਾਬ ਦੇ ਆਰਟਿਸਟ ਤਾਂ ਬਹੁਤ, ਪੰਜਾਬ ਦਾ ਤਾਂ ਬੜਾ ਅਮੀਰ ਸੱਭਿਆਚਾਰ ਰਿਹਾ ਜਿਹੜਾ ਕਿ ਅਸੀਂ ਗਵਾ ਚੁੱਕੇ ਹਾਂ। ਤਾਂ ਇਹ ਉਹਨਾਂ ਦੀ ਇੱਕ ਕਿਸਮ ਦੀ ਜਿਹੜੀ ਮੈਂ ਕਹਾਂਗਾ ਕਿ ਅਖੀਰਲੇ ਸਮਿਆਂ ਦੇ ਵਿੱਚ ਜੋ ਉਹਨਾਂ ਨੇ ਇਹ ਉਸ ਬੱਚੀ ਬਾਰੇ ਸੋਚਿਆ ਸੀ। ਔਰ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਉਸ ਬੱਚੀ ਨੂੰ ਜਾਣਦੇ ਹੋ, ਸਾਡੀਆਂ ਸੇਵਾਵਾਂ ਹਾਜ਼ਰ ਨੇ, ਅਸੀਂ ਜ਼ਰੂਰ ਉਸ ਬੱਚੀ ਦਾ ਜਿਹੜਾ ਹੈ ਉਹਦੇ ਗਾਇਨ ਦੀ ਰਿਕਾਰਡਿੰਗ ਕਰਵਾਈਏ। ਔਰ ਫਿਰ ਜਦੋਂ PGI ਉਹ ਜਾਂਦੇ ਨੇ ਉਸ ਤੋਂ ਪਹਿਲਾਂ ਫਿਰ ਮੈਨੂੰ ਫੋਨ ਕਰਦੇ ਨੇ ਔਰ ਉੱਥੋਂ ਦਿਖਾ ਕੇ ਆਉਂਦੇ ਨੇ, ਕਹਿੰਦੇ ਕਿ ਆਪਾਂ ਸਰਹੰਦ ਸਾਨੀਪੁਰ ਜਾਣਾ ਔਰ ਉੱਥੇ ਜਾ ਕੇ ਉਹ ਬੱਚੀ ਨੂੰ ਮਿਲਣਾ। ਅਸੀਂ ਸਮਾਂ ਵੀ ਪਲਾਨ ਕਰ ਲਿਆ, ਪਰ ਅਚਾਨਕ ਉਹਨਾਂ ਨੂੰ PGI ਦਿਖਾਉਣਾ ਪਿਆ, ਉਹ ਲੇਟ ਹੋ ਗਿਆ। ਫਿਰ ਉਹਨਾਂ ਨੇ ਹੋਰ ਕਿਹਾ ਕਿ ਉੱਥੇ ਜਾ ਕੇ ਬੱਚੀ ਨੂੰ ਫਿਰ ਆਪਾਂ ਸਟੂਡੀਓ ਲੈ ਕੇ ਜਾਵਾਂਗੇ ਔਰ ਫਿਰ ਉੱਥੇ ਉਹਦੀ ਆਪਾਂ ਦੇਖਾਂਗੇ ਕੈਸੀ ਆਵਾਜ਼ ਹੈ, ਕੀ ਆਪਾਂ ਨੂੰ ਉਹਨੂੰ ਟ੍ਰੀਟਮੈਂਟ ਦੇਣਾ ਔਰ ਹੋਰ ਕਿਸ ਤਰ੍ਹਾਂ ਦਾ ਮਿਊਜ਼ਿਕ ਬਣਾਉਣਾ ਹੈ। ਤੇ ਕਹਿੰਦੇ ਤੁਹਾਡਾ ਕੰਮ ਹੈ, ਪਰ ਇਹ ਪ੍ਰੋਜੈਕਟ ਜਿਹੜਾ ਜਲਦੀ ਤੁਸੀਂ ਇਹ ਸੰਪੰਨ ਕਰ ਦਿਓ। ਪਰ ਦੁੱਖ ਦੀ ਗੱਲ ਹੈ ਕਿ ਉਹ ਇਹ ਸੰਭਵ ਨਹੀਂ ਹੋ ਸਕਿਆ। ਉਹਨਾਂ ਦੇ ਬੜੇ ਦਿਲ ਦੇ ਕਰੀਬ ਸੀ ਇਹ ਪ੍ਰੋਜੈਕਟ, ਔਰ ਇਹ ਪ੍ਰੋਜੈਕਟ ਅਸੀਂ ਜ਼ਰੂਰ ਕਰਾਂਗੇ। ਔਰ ਮੈਂ ਚਾਹਾਂਗਾ ਕਿ ਉਹਨਾਂ ਦੇ ਫਿਰ ਪਰਿਵਾਰ ਦੇ ਵਿੱਚ ਵੀ ਕੋਈ ਡੈਥ ਹੋ ਗਈ ਸੀ, ਇਸ ਕਰਕੇ ਵੀ ਕੁਝ 10 ਕੁ ਦਿਨ ਲੇਟ ਹੋ ਗਿਆ, ਨਹੀਂ ਤਾਂ ਜ਼ਰੂਰ ਅਸੀਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰ ਲੈਣਾ ਸੀ। ਔਰ ਮੈਂ ਚਾਹਾਂਗਾ ਤੁਹਾਡੇ ਜ਼ਰੀਏ ਮੈਂ ਸਾਰੇ ਸਰੋਤਿਆਂ ਨੂੰ ਵੀ ਕਹਾਂਗਾ ਕਿ ਇਹ ਪ੍ਰੋਜੈਕਟ ਜਿਹੜਾ ਹੈ ਗੁਰੂ ਪਾਤਸ਼ਾਹ ਜਲਦੀ ਕਰਵਾਉਣਗੇ ਔਰ ਦਸਮ ਪਾਤਸ਼ਾਹ ਨੂੰ ਬੜੀ ਵੱਡੀ ਸਰਦਾਰ ਬੀਰ ਦਵਿੰਦਰ ਸਿੰਘ ਹੋਰਾਂ ਦੀ ਉਸ ਬੱਚੀ ਦੇ ਜ਼ਰੀਏ ਬੜੀ ਵੱਡੀ ਇੱਕ ਜਿਹੜੀ ਹੈ ਉਹ ਸਤਿਕਾਰ ਹੋਏਗਾ। ਤਾਂ ਆਪ ਨੇ ਉਸ ਨੂੰ ਸਹਿਯੋਗ ਦੇਣਾ ਤਾਂ ਕਿ ਅਸੀਂ ਸਰਦਾਰ ਬੀਰ ਦਵਿੰਦਰ ਸਿੰਘ ਹੋਰਾਂ ਦੀ ਜਿਹੜੀ ਆਖਰੀ ਦਿਨਾਂ ਦੇ ਵਿੱਚ ਜੋ ਇੱਛਾ ਸੀ ਉਸ ਨੂੰ ਅਸੀਂ ਪੂਰੀ ਕਰ ਸਕੀਏ ਔਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੋਏਗੀ। ਜੀ ਡਾਕਟਰ ਸਾਹਿਬ, ਜਦੋਂ ਕੱਲ੍ਹ ਇਹ ਦੁਖਦਾਇਕ ਖਬਰ ਤੁਹਾਡੇ ਕੋਲ ਪਹੁੰਚੀ ਉਹ ਤੋਂ ਲੈ ਕੇ ਹੁਣ ਤੱਕ ਤੇ ਕਿਹੜੀ ਉਹ ਘਟਨਾ ਵਾਰੀ-ਵਾਰੀ ਬੀਰ ਦਵਿੰਦਰ ਸਿੰਘ ਹੋਰਾਂ ਦੀ ਤੁਹਾਡੇ ਜ਼ਿਹਨ ਦੇ ਵਿੱਚ ਜਾਂ ਉਹਨਾਂ ਦੀ ਤਸਵੀਰ ਉਹ ਗੱਲ ਘੁੰਮਦੀ ਰਹੀ? ਵੀਰ ਜੀ ਨਾਲ ਬਹੁਤ ਸੰਗੀਤਮਈ ਪਲ ਬਿਤਾਏ ਨੇ ਔਰ ਮੈਂ ਤੁਹਾਨੂੰ ਇਹ ਦੱਸਦਾ ਕਿ ਜਿੰਨਾ ਵੀ ਮੈਂ ਗਾਇਨ ਕੀਤਾ ਉਹ ਵੀਰ ਜੀ ਨੇ ਹਰ ਚੀਜ਼ ਸੁਣੀ ਹੈ। ਇੱਕ ਤਾਂ ਇਹ ਹੈ ਕਿਉਂਕਿ ਸਰੋਤੇ ਬੜੇ ਵੱਡੇ ਸੀ ਔਰ ਕ੍ਰਿਟਿਕ ਬੜੇ ਵੱਡੇ ਸੀ, ਉਹਨਾਂ ਨੂੰ ਸਮਝ ਸੀ। ਔਰ ਮੈਨੂੰ ਉਹਨਾਂ ਨੇ ਬਚਪਨ ਤੋਂ ਲੈ ਕੇ ਵਿਗਸਦਿਆਂ ਮੌਲਦਿਆਂ ਦੇਖਿਆ ਸੀ, ਤਾਂ ਮੇਰੇ ਸਾਹਮਣੇ ਤਾਂ ਡੇ 1 ਤੋਂ ਜਿੰਨੀਆਂ ਵੀ ਯਾਦਾਂ ਸੀ ਇੱਕ ਇੱਕ ਕਰਕੇ ਉਹ ਗੁਜ਼ਰਦੀਆਂ ਗਈਆਂ। ਔਰ ਇਸ ਵੇਲੇ ਮੈਂ ਇਸ ਸਥਿਤੀ ਵਿੱਚ ਨਹੀਂ ਕਿ ਮੈਂ ਉਹਨਾਂ ਦੇ ਬਾਰੇ ਹੋਰ ਜ਼ਿਆਦਾ ਬੋਲ ਸਕਾਂ। ਕੱਲ੍ਹ ਦਾ ਮਨ ਭਰਿਆ ਹੋਇਆ, ਪਰਿਵਾਰ ਸਾਰਾ ਜਿਹੜਾ ਹੈ ਉਹਨਾਂ ਦੇ ਸਦੀਵੀ ਵਿਛੋੜੇ ਕਾਰਨ ਸਾਰਾ ਹੀ ਗਮਗੀਨ ਹੈ। ਦੋਸਤਾਂ ਦੇ ਫੋਨ ਆਉਂਦੇ ਨੇ, ਉਹਨਾਂ ਦਾ ਦੋਸਤਾਂ ਦਾ ਐਡਾ ਵੱਡਾ ਸਰਕਲ ਸੀ ਜਿਹੜਾ ਪਰਿਵਾਰ ਨੂੰ ਵੀ ਨਹੀਂ ਪਤਾ, ਉਹ ਸਾਰੇ ਦੋਸਤਾਂ ਦੇ ਔਰ ਉਹਨਾਂ ਦੇ ਰਾਜ਼ਦਾਰਾਂ ਦੇ ਸਾਰੇ ਫੋਨ ਜਿਹੜੇ ਨੇ ਉਹ ਮੇਰੇ ਵਰਗੇ ਨਾਚੀਜ਼ ਨੂੰ ਆਉਂਦੇ ਨੇ। ਤਾਂ ਇੰਨੀਆਂ ਯਾਦਾਂ ਨੇ, ਇੰਨੇ ਉਹਨਾਂ ਦੇ ਰਿਸ਼ਤੇ, ਇੰਨੀਆਂ ਉਹਨਾਂ ਦੀਆਂ ਮੁਹੱਬਤਾਂ, ਉਹ ਸਾਰਿਆਂ ਕੱਲੇ ਵੀ ਗੱਲ ਕਹਿ ਰਹੇ ਸੀ ਕਿ ਤੁਹਾਨੂੰ ਜਦੋਂ ਅੰਤਮ ਅਰਦਾਸ ਹੋਣੀ ਹੈ ਤੁਹਾਨੂੰ ਆਪਾਂ ਸੋਚ ਕੇ ਹੈਰਾਨ ਹੋ ਜਾਵਾਂਗੇ ਵੀ ਕਿਹੜੇ ਕਿਹੋ ਜਿਹੀਆਂ ਸ਼ਖਸੀਅਤਾਂ ਉੱਥੇ, ਕਿਉਂਕਿ ਉਹਨਾਂ ਦਾ ਹਰ ਇੱਕ ਨਾਲ ਨਿੱਜੀ ਰਿਸ਼ਤਾ ਸੀ। ਜਿਸ ਨੂੰ ਵੀ ਉਹ ਮਿਲਦੇ ਸੀ ਉਹਨੂੰ ਆਪਣਾ ਬਣਾ ਲੈਂਦੇ ਸੀ। ਉਸ ਦਾ ਜਿਹੜਾ ਗੁਣ ਸੀ ਉਸ ਦੀ ਉਹ ਇੱਕਦਮ ਇੱਕ ਅੱਛੇ ਜੌਹਰੀ ਵਾਂਗੂ ਜਿਹੜਾ ਹੈ ਉਹ ਉਸ ਨੂੰ ਪਛਾਣ ਲੈਂਦੇ ਸੀ। ਔਰ ਜਦੋਂ ਕਿਸੇ ਦੇ ਤੁਸੀਂ ਗੁਣ ਦੀ ਪ੍ਰਸ਼ੰਸਾ ਕਰੋਗੇ ਤਾਂ ਫਿਰ ਉਹਦੇ ਨਾਲ ਤਾਂ ਸਦਾ ਲਈ ਤੁਹਾਡੀ ਕਨੈਕਟੀਵਿਟੀ ਹੋ ਹੀ ਗਈ ਨਾ। ਤਾਂ ਐਸੇ ਕਈ ਕਲਾਕਾਰ, ਕਈ ਲੇਖਕ, ਕਈ ਹੋਰ ਸੁਖਨਵਾਰ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਲੋਕ ਗਾਇਕ, ਉਹਨਾਂ ਨੂੰ ਪਿਆਰ ਕਰਨ ਵਾਲੇ, ਜਿਨ੍ਹਾਂ ਦੇ ਕੋਲੋਂ ਬਿਨਾਂ ਦੱਸੇ ਹੀ ਆਪ ਹੀ ਗੱਡੀ ਮੋੜ ਲੈਂਦੇ ਸੀ ਕਿ ਇੱਥੇ ਉਹ ਫਲਾਣਾ ਬੀਨ ਵਾਲਾ ਰਹਿੰਦਾ ਸੀ, ਇੱਥੇ ਉਹ ਜਿਹੜਾ ਹੈ ਸਾਡਾ ਅਲਗੋਜ਼ਿਆਂ ਵਾਲਾ ਰਹਿੰਦਾ ਸੀ, ਇੱਥੇ ਸਾਡਾ ਜੀ ਇਹ ਹੀਰ ਗਾਣ ਵਾਲਾ ਰਹਿੰਦਾ ਸੀ। ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ। ਇਹ ਆਸਪੈਕਟ ਸਾਰੀ ਦੁਨੀਆ ਦੇ ਸਾਹਮਣੇ ਉਹਨਾਂ ਦਾ ਨਹੀਂ ਗਿਆ, ਪਰ ਉਹਨਾਂ ਨੇ ਪੰਜਾਬ ਨੂੰ, ਪੰਜਾਬੀਅਤ ਨੂੰ, ਪੰਜਾਬ ਦੇ ਸੰਗੀਤ ਨੂੰ, ਪੰਜਾਬ ਦੇ ਕਲਾਕਾਰਾਂ ਨੂੰ ਜੋ ਪਿਆਰ ਕੀਤਾ
ਉਹ ਤੁਹਾਨੂੰ ਜ਼ਰੂਰ ਉਹਦੇ ਦਰਸ਼ਨ ਦੀਦਾਰ ਉੱਥੇ ਹੋਣਗੇ ਜਦੋਂ ਸਾਰੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਕਿੰਨੇ ਟੀਵੀ ਚੈਨਲ ਦੇ ਉੱਤੇ ਹਰ ਕੋਈ ਆਪਣੇ ਨਜ਼ਰੀਏ ਨਾਲ ਬੋਲ ਰਿਹਾ। ਪਾਕਿਸਤਾਨ ਤੋਂ ਫੋਨ ਆ, ਉਹਨਾਂ ਦੇ ਮੁਰੀਦਾਂ ਦੇ ਫੋਨ ਆ ਰਹੇ ਨੇ ਔਰ ਉਹਨਾਂ ਦੇ ਜਿਹੜੇ ਖਾਸ ਜਿਹੜੇ ਕਈ ਸਾਜ਼ਿੰਦੇ ਜਿਹੜੇ ਨੇ ਉਹਨਾਂ ਨੂੰ ਬਹੁਤ ਪਿਆਰ ਕਰਨ ਵਾਲੇ ਸੀ। ਜਿਹੜੇ ਇਹ ਤਾਂ ਹੈ ਨਹੀਂ ਕਿ ਗਾਇਕੀ ਨੂੰ ਪਿਆਰ ਤਾਂ ਕਰਦੇ ਹੀ ਸੀ, ਉਹ ਸੰਗੀਤ ਦੇ ਹਰ ਸ਼ੋਬੇ ਨੂੰ ਉਹਨਾਂ ਨੇ ਪਿਆਰ ਦਿੱਤਾ। ਠੀਕ ਹੈ ਡਾਕਟਰ ਸਾਹਿਬ, ਸ਼ੁਕਰੀਆ ਜੀ, ਗੱਲਬਾਤ ਦੇ ਲਈ ਧੰਨਵਾਦ ਤੁਹਾਡਾ। ਮੈਂ ਬਹੁਤ ਅੱਛੀ ਤਰ੍ਹਾਂ ਗੱਲ ਨਹੀਂ ਕਰ ਸਕਿਆ, ਮੈਨੂੰ ਪਤਾ ਹੈ ਕਿ ਮਨ ਜਿਹੜਾ ਹੈ ਬਹੁਤ ਦਰਵਿਤ ਹੋਇਆ ਉਹਨਾਂ ਦੀ ਯਾਦ ਦੇ ਵਿੱਚ, ਔਰ ਕੋਈ ਸੀਕੁਐਂਸ ਵੀ ਬਹੁਤ ਜ਼ਿਆਦਾ ਨਹੀਂ ਬਣ ਸਕਿਆ। ਤੁਹਾਡਾ ਹੁਕਮ ਮੈਂ ਮੋੜ ਨਹੀਂ ਸੀ ਸਕਦਾ, ਪਰ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਵੀਰ ਜੀ ਸਰਦਾਰ ਵੀਰ ਦਵਿੰਦਰ ਸਿੰਘ ਹੋਰਾਂ ਵਰਗਾ ਵਿਅਕਤੀ ਸਾਡੇ ਸਮਕਾਲ ਦੇ ਵਿੱਚ ਪੈਦਾ ਨਹੀਂ ਹੋਣਾ, ਔਰ ਐਸੀਆਂ ਸ਼ਖਸੀਅਤਾਂ ਨੂੰ ਜਿੰਨਾ ਪਿਆਰ ਦੇ ਸਕੀਏ, ਸਤਿਕਾਰ ਦੇ ਸਕੀਏ ਉਹਨਾਂ ਥੋੜ੍ਹਾ। ਔਰ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਸੁਣੋ, ਫਿਰ ਉਹਨਾਂ ਨੂੰ ਮਾਣੋ। ਔਰ ਮੈਂ ਉਹਨਾਂ ਦੋਸਤਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪੋ ਆਪਣੇ ਉਦਗਾਰ ਸਾਨੂੰ ਭੇਜੋ। ਬਹੁਤ ਸਾਰਿਆਂ ਦੀਆਂ ਰਾਈਟਿੰਗ ਸਾਡੇ ਕੋਲ ਆ ਗਈਆਂ ਨੇ, ਅਤੇ ਫਿਰ ਅਸੀਂ ਇੱਕ ਬਹੁਤ ਵਧੀਆ ਜਿਹੜਾ ਸਿਮਰਤੀ ਗ੍ਰੰਥ ਹੈ ਉਹ ਜਗਜੀਤ ਸਿੰਘ ਪੰਜੌਲੀ ਔਰ ਹੋਰ ਸਾਰੇ ਜਿਹੜੇ ਮਿੱਤਰ ਨੇ ਉਹ ਰਲ ਕੇ ਅਸੀਂ ਤਿਆਰ ਕਰੀਏ ਉਹਨਾਂ ਦੀ ਯਾਦ ਵਿੱਚ, ਔਰ ਜਿਹਦੇ ਵਿੱਚ ਸਚਿੱਤਰ ਉਹਨਾਂ ਦੀਆਂ ਤਸਵੀਰਾਂ ਹੋਣ ਤਾਂ ਕਿ ਇੱਕ ਡਾਕੂਮੈਂਟੇਸ਼ਨ ਹੋ ਸਕੇ ਵੀਰ ਜੀ ਦੀ ਯਾਦ ਦੇ ਵਿੱਚ। ਇਸ ਲਈ ਤੁਹਾਡੇ ਸਾਰਿਆਂ ਦਾ ਸਾਨੂੰ ਬਹੁਤ ਸਹਿਯੋਗ ਚਾਹੀਦਾ ਹੈ। ਹੋਜਾਂ ਪੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀਗੇ ਡਾਕਟਰ ਗੁਰਨਾਮ ਸਿੰਘ ਹੋਰੀ, ਜਿਨ੍ਹਾਂ ਦੀ ਬੜੀ ਡੂੰਘੀ ਸਾਂਝ ਜਿਹੜੀ ਹੈ ਉਹ ਵੀਰ ਦਵਿੰਦਰ ਸਿੰਘ ਹੋਰਾਂ ਦੇ ਨਾਲ ਰਹੀ ਹੈ। ਸੋ ਕੱਲ੍ਹ ਦੇ ਹੀ ਜਦੋਂ ਇਹ ਖਬਰ ਆਈ ਹੈ ਕਿ ਭਾਈ ਜਿਹੜੇ ਵੀਰ ਦਵਿੰਦਰ ਸਿੰਘ ਹੋਰੀ ਹੈ ਉਹ ਸਾਨੂੰ ਅਲਵਿਦਾ ਕਹਿ ਗਏ ਨੇ, ਸਾਡੇ ਤੋਂ ਕੂਚ ਕਰ ਗਏ ਨੇ, ਤਾਂ ਉਦੋਂ ਤੋਂ ਹੀ ਸਾਹਿਤਕ ਪ੍ਰੇਮੀ, ਰਾਜਨੀਤਿਕ, ਧਾਰਮਿਕ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀਆਂ ਭੇਟ ਕਰ ਰਹੀਆਂ ਨੇ। ਸਾਡਾ ਇਸ ਇੰਟਰਵਿਊ ਦੇ ਜ਼ਰੀਏ ਕਿ ਉਹ ਸੰਗੀਤਕ ਪ੍ਰੇਮੀ ਕਿਹੋ ਜਿਹੇ ਸੀਗੇ ਇਹ ਤੁਹਾਨੂੰ ਦੱਸਣ ਦਾ ਯਤਨ ਕੀਤਾ ਕਿ ਦਰਸ਼ਕ ਜਾਣਨ ਕਿ ਸੰਗੀਤ ਨਾਲ ਕਿੰਨੀ ਰੁਚੀ ਰੱਖਦੇ ਸੀ ਉਹ, ਸੰਗੀਤ ਨੂੰ ਕਿਸ ਹੱਦ ਤੱਕ, ਤੇ ਉਹਨਾਂ ਦਾ ਜਿਹੜਾ ਉਚਾਰਨ ਸੀਗਾ, ਜਿਵੇਂ ਉਰਦੂ ਫਾਰਸੀ ਦੇ ਅਲਫਾਜ਼ ਜਿਹੜੇ ਆ ਉਹ ਵਰਤਦੇ ਸੀਗੇ, ਉਹ ਗੱਲਾਂ ਦੇ ਜ਼ਰੀਏ ਤੇ ਸਾਹਿਤ ਨੂੰ ਤੇ ਸੰਗੀਤ ਨੂੰ ਕਿੰਨੀ ਡੂੰਘਾਈ ਨਾਲ ਨੇੜਿਓਂ ਜਾਣਦੇ ਸੀ, ਤੇ ਕਿੰਨੇ ਵਧੀਆ ਉਹ ਕਹਿ ਦਈਏ ਆਪਾਂ ਗਜ਼ਲ ਵੀ ਜਿਹੜੀ ਹੈ ਲਿਖਦੇ ਗਾਉਂਦੇ ਸੀ, ਤੇ ਨਾਲ ਹੋਰ ਤਰ੍ਹਾਂ ਦੀ ਜਿਹੜੀ ਸ਼ਖਸੀਅਤ, ਜਿੱਥੇ ਗੱਲ ਉਹਨਾਂ ਦੀ ਬਹੁ ਪੱਖੀ ਸ਼ਖਸੀਅਤ ਸੀਗੀ, ਤਾਂ ਸੰਗੀਤਕ ਪ੍ਰੇਮੀ ਦੇ ਤੌਰ 'ਤੇ ਇਸ ਇੰਟਰਵਿਊ ਦੇ ਜ਼ਰੀਏ ਤੁਹਾਨੂੰ ਦੱਸਣ ਦਾ ਯਤਨ ਕੀਤਾ। ਸੋ ਇਹ ਗੱਲਬਾਤ ਕਿਵੇਂ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਸਾਨੂੰ ਦਿਓ ਇਜਾਜ਼ਤ, ਧੰਨਵਾਦ।